ਸਤਨਾਮ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਸੋ ਸਤਿਗੁਰ ਤਨ ਧਨ ਜਿਨ ਪਰਮ ਗੜ੍ਹ ਤੋੜਿਆ। ਸੋ ਸਤਿਗੁਰ ਵਾਹੋ ਵਾਹੋ ਜਿਨ ਹਰਿ ਸਿਉ ਜੋੜਿਆ। ਬੇਸੁਮਾਰ ਅਥਾਹ ਅਗਨਤ ਤੋਲੈ। ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਸੇਵਾ ਕੋ ਦੁਇ ਭਲੇ ਏਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤਿ ਕੋ ਸੰਤ ਜਪਾਵੈ ਨਾਮ। ਰਾਮ ਜੋ ਦਾਤਾ ਮੁਕਤਿ ਕੋ ਸੰਤ ਜਪਾਵੈ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸਤਿਗੁਰੂ ਕੀ ਦੱਸੀ ਹੋਈ ਗੁਰਮੁਖੀ ਜੀਵਨ ਦੀ ਜੁਗਤ ਨੂੰ ਕਾਰ ਨੂੰ ਕਮਾਉਣ ਦਾ, ਆਪਣੇ ਹਿਰਦੇ ਨੂੰ ਬਾਣੀ ਦੇ ਗਾਇਨ ਨਾਲ ਅੰਮ੍ਰਿਤ ਰਸ ਰੂਪ ਤ੍ਰਿਪਤ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ।
ਜੋ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਆਪਣੇ ਮਨੁੱਖਾ ਜਨਮ ਨੂੰ ਸਕਾਰਥ ਕਰਦਿਆਂ ਸਤਿਗੁਰੂ ਕੀ ਗਿਆਨਮਈ ਬਖਸ਼ਿਸ਼ ਨੂੰ ਮਾਣਨ ਲਈ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਪ੍ਰਵਾਹ ਦੇ ਅੰਤਰਗਤ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਗੋਹਜ ਗਿਆਨ ਅਨੁਭਵ ਦੇ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਮੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸੇਵਾ ਕਉ ਦੁਇ ਭਲੇ, ਏਕ ਸੰਤ ਇਕ ਰਾਮ। ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕ ਦੇ ਵਿੱਚ ਸਾਨੂੰ ਪ੍ਰਭੂ ਸਿਮਰਨ ਦੀ ਮਹੱਤਤਾ ਦ੍ਰਿੜ ਕਰਾਉਂਦਿਆਂ ਬਖਸ਼ਿਸ਼ ਕੀਤੀ ਸੀ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਅਕਾਲ ਪੁਰਖ ਪ੍ਰਭੂ ਸਦ ਦਇਆਲ ਹੈ, ਸਦ ਬਖਸ਼ਿੰਦ ਹੈ, ਸਦ ਮਿਹਰਬਾਨ ਹੈ ਔਰ ਸਦ ਦੇਖਦਾ ਹੈ। ਇਸ ਕਰਕੇ ਉਹਦੀ ਕਿਰਪਾ ਦਾ ਆਲਮ ਕਿਸੇ ਪਲ ਵੀ ਸਾਡੇ ਤੋਂ ਨਹੀਂ ਵਿਸਰਦਾ। ਬਾਣੀ 'ਚ ਵਾਕ ਨੇ ਦਮ ਦਮ ਸਦਾ ਸੰਭਾਲਦਾ ਕਿ ਪ੍ਰਾਣਾਂ ਦਾ ਆਧਾਰ ਸਾਡੇ ਜੀਵਨ ਦਾ ਸਭ ਤੋਂ ਅਮੋਲਕ ਆਧਾਰ ਹੈ। ਅਗਰ ਉਹ ਪ੍ਰਭੂ, ਜਿਵੇਂ ਅਸੀਂ ਦਾਨ ਕਰਦੇ ਹਾਂ ਕਿਤੇ ਛਈ ਛਮਾਈ ਕਰ ਲਿਆ, ਉਹ ਪ੍ਰਭੂ ਪ੍ਰਾਣਾ ਦਾਨ ਸਾਨੂੰ ਲਗਾਤਾਰ ਕਰਦਾ ਹੈ। ਜੇ ਉਹ ਸਵਾਸਾਂ ਦਾ ਦਾਨ ਵਿਸਾਰ ਲਵੇ ਅਤੇ ਸਾਡੇ ਜੀਵਨ ਦਾ ਮੈਲ ਉਸੇ ਵਕਤ ਢਹਿ ਪਵੇ। ਇਸ ਕਰਕੇ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਕੇਵਲ ਦੁਨਿਆਵੀ ਧੰਦਿਆਂ ਦੇ ਕਰਕੇ, ਪਦਾਰਥਕ ਕਾਮਨਾਵਾਂ ਕਰਕੇ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਮਾਇਆ ਮੁਖੀ ਗਰਜਾਂ ਕਰਕੇ ਪ੍ਰਭੂ ਦੀ ਜਿਹੜੀ ਯਾਦ ਥੋੜ੍ਹਾ ਸਮਾਂ ਕਰਦੇ ਨੇ, ਉਹ ਇੱਕ ਤਰੀਕੇ ਨਾਲ ਮਨਮੁਖੀ ਜੀਵਨ ਹੈ। ਇਸ ਕਰਕੇ ਜਿਹੜਾ ਤੁਹਾਡੀ ਸੰਕਟ ਵਿੱਚ ਮਦਦ ਕਰ ਸਕਦਾ ਹੈ, ਉਸ ਦੀ ਸਦੀਵ ਯਾਦ ਨੂੰ ਆਪਣੇ ਹਿਰਦੇ ਅੰਦਰ ਉਹਦੀ ਵਿਆਪਕਤਾ, ਉਹਦੇ ਅਭਿਆਸ ਨਾਲ, ਉਹਦੀ ਮਿਹਰ ਓਟ ਦੇ ਨਾਲ ਜੀਵਨ ਦੇ ਵਿੱਚ ਚੱਲਣਾ ਚਾਹੀਦਾ ਹੈ, ਤਾਂ ਕਿ ਸਦੀਵੀ ਉਹਦੀ ਕਿਰਪਾ ਦੇ ਪਾਤਰ ਬਣੇ ਰਹੋ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਸੇਵਾ ਕਉ ਦੁਇ ਭਲੇ, ਏਕ ਸੰਤ ਇਕ ਰਾਮ। ਜਗਤ ਦੇ ਵਿੱਚ ਹਰੇਕ ਮਨੁੱਖ ਕੋਈ ਨਾ ਕੋਈ ਸ਼ੁਭ ਯਤਨ ਕਰਮ ਕਰਨ ਦਾ ਯਤਨ ਕਰਦਾ ਹੈ, ਪਰ ਜੇ ਉਹਦੇ ਯਤਨ ਦਾ ਜਿਹੜਾ ਮਰਕਜ਼ ਹੈ, ਜੇ ਯਤਨ ਦਾ ਜਿਹੜਾ ਮਨੋਰਥ ਹੈ ਉਹ ਉਚੇਰਾ ਨਾ ਹੋਵੇ, ਤਾਂ ਉਹਦਾ ਯਤਨ ਕਿੰਨਾ ਵੀ ਸ਼ੁਭ ਕਿਉਂ ਨਾ ਹੋਵੇ, ਉਹ ਘੱਟ ਅਰਥਾਂ ਵਾਲਾ, ਇੱਥੋਂ ਤੱਕ ਕਿ ਨਿਰਅਰਥਕ ਵੀ ਸਾਬਤ ਹੋ ਜਾਂਦਾ ਹੈ, ਭਾਵ ਕਿ ਉਹਦਾ ਕੋਈ ਅਰਥ ਨਹੀਂ ਰਹਿੰਦਾ। ਇਸ ਕਰਕੇ ਜਦੋਂ ਕੋਈ ਯਤਨ ਕਰਨਾ ਹੈ, ਅਸੀਂ ਦੁਨਿਆਵੀ ਕਿਸਮ 'ਤੇ ਜਦੋਂ ਕੋਈ ਯਤਨ ਕਰਦੇ ਹਾਂ, ਕਾਫੀ ਵਾਚਦੇ ਹਾਂ, ਧਨ ਦਾ ਨਿਵੇਸ਼ ਕਰਨਾ ਹੈ, ਵਿੱਦਿਅਕ ਸਿਲਸਿਲਾ ਆਰੰਭ ਕਰਨਾ, ਕੁਝ ਵੀ, ਤਾਂ ਅਸੀਂ ਪੂਰਾ ਆਪਣਾ ਇੱਕ ਨਿਰਖ ਪਰਖ ਦਾ ਸਿਲਸਿਲਾ ਪਹਿਲਾਂ ਕਰਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਅੱਜ ਵਾਲੇ ਸ਼ਲੋਕ ਵਿੱਚ ਸਾਨੂੰ ਇਸ ਤਰ੍ਹਾਂ ਹੀ ਬਖਸ਼ਿਸ਼ ਕਰ ਰਹੇ ਹਨ ਕਿ ਮਨੁੱਖ ਨੇ ਅਧਿਆਤਮਿਕ ਮਾਰਗ ਦੇ ਵਿੱਚ ਪ੍ਰਵੇਸ਼ ਪਾ ਲਿਆ, ਉਹਦੇ ਵਿੱਚ ਹੁਣ ਕਿਹੜਾ ਉਹ ਐਸਾ ਯਤਨ ਕਰੇ ਜਿਹਦੇ ਯਤਨ ਕਰਨ ਦੇ ਨਾਲ ਉਹਨੂੰ ਠੀਕ ਅਧਿਆਤਮਿਕ ਮਾਰਗ ਦੀ ਸੋਝੀ, ਉਹਦਾ ਸਾਰੀ ਸਾਧਨਾ ਅਤੇ ਸਾਧਨਾ ਕਰਦਿਆਂ ਜਿਹੜੇ ਸਾਧਨਾ ਦੇ ਅਨੁਭਵ ਨੇ ਉਹਨਾਂ ਨੂੰ ਸਮਝਣ ਦਾ, ਮਾਨਣ ਦਾ, ਅਤੇ ਸਾਧਨਾ ਦੇ ਨਾਲ ਅਧਿਆਤਮਿਕ ਜਗਤ ਦੀ ਜਿਹੜੀ ਸਿਖਰਲੀ ਅਵਸਥਾ ਪ੍ਰਾਪਤ ਹੁੰਦੀ ਹੈ, ਉਹਦਾ ਅਨੁਭਵ ਕਿਵੇਂ ਹੋ ਸਕੇ, ਇਸ ਸਾਰੇ ਦੇ ਲਈ ਉਹਨੂੰ ਖਾਸ ਤਰ੍ਹਾਂ ਦੇ ਗਿਆਨ ਦੀ, ਸਮਝ ਦੀ, ਇੱਕ ਸੰਗਤ ਦੀ ਲੋੜ ਹੈ। ਇਸ ਕਰਕੇ ਉਹਨੇ ਯਤਨ ਤਾਂ ਕਰਨਾ ਹੈ, ਕਿਉਂਕਿ ਉਹਦੇ ਅੰਦਰ ਗਿਆਨ ਦੇ ਭਾਵ ਜਗਿਆਸਾ ਪੈਦਾ ਹੋ ਗਈ ਹੈ। ਤਾਂ ਕਈ ਵਾਰੀ ਹੁੰਦਾ, ਬਹੁਤ ਵਾਰ ਜਿਵੇਂ ਦੇਖਿਆ ਜਾਂਦਾ ਹੈ ਕਿ ਮਨੁੱਖ ਦੇ ਕੋਲ ਅਧਿਆਤਮਿਕ ਮਾਰਗ 'ਤੇ ਚੱਲਣ ਦੇ ਲਈ ਭਾਵਨਾ ਹੈ, ਉਹਦੇ ਕੋਲ ਯਤਨ ਵੀ ਹੈ, ਉਹ ਆਪਣੀਆਂ ਸਾਰੀਆਂ ਸਮਰੱਥਾਵਾਂ ਵੀ ਉਹਨੇ ਲਗਾਈਆਂ ਹੋਈਆਂ ਨੇ, ਪਰ ਸਮੱਸਿਆ ਕਿੱਥੇ ਵਾਪਰਦੀ ਹੈ ਕਿ ਉਹਨੂੰ ਸਾਧਨਾ ਦਾ ਸਰੂਪ ਸਮਝ ਨਾ ਆਉਣ ਕਰਕੇ
ਉਹ ਕਈ ਵਾਰੀ ਅਜਿਹੇ ਤੌਰ ਢੰਗ ਤਰੀਕੇ ਅਪਣਾ ਲੈਂਦਾ ਹੈ ਕਿ ਯਤਨ ਪੂਰਾ ਕਰਦਾ ਸ਼ਿੱਦਤ ਨਾਲ, ਪਰ ਯਤਨ ਦਾ ਅਰਥ ਨਹੀਂ ਪਤਾ ਹੁੰਦਾ ਕਿ ਯਤਨ ਕਿਸ ਢੰਗ ਨਾਲ ਸਫਲ ਹੋਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਧਿਆਤਮਿਕ ਮਾਰਗ ਦੇ ਵਿੱਚ ਸੇਵਾ ਇੱਕ ਉੱਤਮ ਕਰਮ ਕਿਹਾ ਜਾਂਦਾ ਹੈ, ਅਤੇ ਉਹ ਯਤਨ ਉਦੋਂ ਭਲਾ ਹੋ ਜਾਂਦਾ ਹੈ ਜਦੋਂ ਕੇਵਲ ਦੋ ਜਿਹੜੇ ਪ੍ਰਮੁੱਖ ਹਨ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ, ਕਬੀਰ ਸੇਵਾ ਕੋ ਦੋਏ ਭਲੇ। ਦੋ ਹੀ ਐਸੇ ਹਸਤੀਆਂ ਹਨ ਜਿਨ੍ਹਾਂ ਦੀ ਸੇਵ ਕਮਾਉਣੀ ਸਭ ਤੋਂ ਉੱਤਮ ਹੈ, ਅਤੇ ਇਸ ਸੇਵ ਕਮਾਉਣ ਦੇ ਨਾਲ ਮਨੁੱਖ ਦਾ ਭਲਾ ਹੀ ਭਲਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ, ਏਕ ਸੰਤ ਇੱਕ ਰਾਮ। ਇੱਕ ਸੰਤ ਜਨ ਇੱਕ ਰਾਮ ਵਿਆਪਕ ਪ੍ਰਭੂ ਪਰਮੇਸ਼ਵਰ। ਤਾਂ ਆਖਦੇ ਹਨ ਉਹਦੇ ਸਦਕਾ ਕੀ, ਕਿਉਂਕਿ ਰਾਮ ਜੋ ਦਾਤਾ ਮੁਕਤ ਕੋ, ਸਾਡੇ ਜੀਵਨ ਨੂੰ ਕਾਲ ਦੇ ਸਾਰੇ ਅਭਿਆਸ ਤੋਂ ਮੁਕਤ ਕਰਕੇ ਆਪਣੇ ਸੱਤ ਸਰੂਪ ਨਾਲ ਅਭੇਦ ਕਰਨ ਵਾਲੀ ਵਿਆਪਕ ਹਸਤੀ, ਉਸ ਨੂੰ ਰਮੰਤੀ ਰਾਮ ਦੇ ਰੂਪ ਵਿੱਚ ਭਗਤ ਕਬੀਰ ਸਾਹਿਬ ਜੀ ਆਖਦੇ ਹਨ। ਪਰ ਕਹਿੰਦੇ ਸੰਤ ਜਪਾਵੈ ਨਾਮ, ਉਸ ਰਾਮ ਦੇ ਵਿੱਚ ਸੱਤ ਕਰਕੇ ਕਿਵੇਂ ਅਭੇਦ ਹੋਣਾ ਹੈ, ਇਹ ਸਾਰੀ ਜੁਗਤ ਸਾਨੂੰ ਸੰਤ ਜਨ ਦ੍ਰਿੜ ਕਰਵਾਉਂਦੇ ਹਨ, ਭਾਵ ਕਿ ਉਹ ਜਪ ਦਾ ਅਭਿਆਸ ਦੱਸਦੇ ਹਨ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਅਧਿਆਤਮਿਕ ਜਗਤ ਦੇ ਵਿੱਚ ਚਾਰ ਅਵਸਥਾਵਾਂ ਕਹੀਆਂ ਜਾਂਦੀਆਂ ਨੇ। ਸਭ ਤੋਂ ਪਹਿਲਾਂ ਸੰਸਾਰੀ, ਉਸ ਤੋਂ ਅੱਗੇ ਜਗਿਆਸੂ, ਉਸ ਤੋਂ ਅੱਗੇ ਜਾ ਕੇ ਸਾਧੂ, ਅਤੇ ਸਿਖਰ 'ਤੇ ਸੰਤ ਹੈ। ਜਿਸ ਨੂੰ ਇਸ ਜਗਤ ਵਿੱਚ ਆ ਕੇ ਕੇਵਲ ਸਰੀਰਕ ਜੀਵਨ ਦੀ ਸੁੱਧ ਹੈ, ਨਾ ਆਪਣੇ ਮਨ ਦੇ ਸਰੂਪ ਦੀ ਪਛਾਣ ਹੈ, ਨਾ ਆਤਮਿਕ ਜੀਵਨ ਦਾ ਕੋਈ ਕਿਸੇ ਤਰ੍ਹਾਂ ਅੰਸ਼ਕ ਮਾਤਰ ਗਿਆਨ ਉਹਦੇ ਕੋਲ ਹੈ, ਅਤੇ ਨਾ ਹੀ ਜੀਵਨ ਦਾ ਕੋਈ ਵੱਡਾ ਮਨੋਰਥ ਹੈ, ਅਤੇ ਜਿਹੜੀ ਜੀਵਨ ਦੀ ਸਾਧਨਾ ਹੈ ਉਹ ਵੀ ਪਸ਼ੂ ਤਲ ਦੀ ਹੈ, ਐਸੇ ਮਨੁੱਖ ਨੂੰ ਸੰਸਾਰੀ ਕਿਹਾ ਜਾਂਦਾ ਹੈ। ਜਿਵੇਂ ਪਸ਼ੂ ਕੀ ਕਰਦਾ ਹੈ, ਪਸ਼ੂ ਦੀ ਇੱਕ ਪ੍ਰਵਿਰਤੀ ਹੈ ਕਿ ਸਾਰਾ ਦਿਨ ਉਹਦਾ ਜੋ ਅੱਗੇ ਚਾਰੇ ਵਾਲਾ ਥਾਂ ਉਹ ਭਰਿਆ ਰਹਿਣਾ ਚਾਹੀਦਾ ਚਾਰੇ ਨਾਲ। ਇਸ ਤਰ੍ਹਾਂ ਜਿਹੜੇ ਬੰਦੇ ਦੀ ਸੁੱਧ ਯਤਨ ਸਾਰਾ ਦਿਨ ਪਦਾਰਥਾਂ, ਵਕਾਰਾਂ ਦੇ ਰਸਾਂ ਵੱਲ ਅਤੇ ਦੁਨਿਆਵੀ ਧੰਦੇ ਧਾਵਣੀ ਵੱਲ ਲੱਗੀ ਰਹਿੰਦੀ ਹੈ, ਅਤੇ ਉਹਦਾ ਚਿੱਤ, ਉਹਦੀ ਸੁਰਤ, ਉਹਦੀ ਬੁੱਧ ਦੁਨਿਆਵੀ ਕਿਸਮ ਦੇ ਭਟਕਣ ਦੇ ਨਾਲ ਮਲੀਨ ਹੈ, ਉਸ ਬੰਦੇ ਨੂੰ ਸੰਸਾਰੀ ਕਿਹਾ ਜਾਂਦਾ ਹੈ। ਉਸ ਬੰਦੇ ਦਾ ਕੋਈ ਵੱਡਾ ਮਨੋਰਥ ਨਹੀਂ। ਉਹਦੇ ਜੀਵਨ ਨੂੰ ਸੌਖਿਆਂ ਪਰਖਣਾ ਹੋਵੇ ਅਤੇ ਜਦੋਂ ਕੋਈ ਇਹ ਵਾਕ ਕਹਿ ਦੇਣਾ, ਇਹ ਜਗ ਡਿੱਠਾ ਅਗਲਾ ਕਿਸ ਮਿੱਠਾ, ਤਾਂ ਨਿਸ਼ਚੈ ਹੀ ਸਮਝ ਜਾਣਾ ਕਿ ਬੰਦਾ ਸਿਰੇ ਦਾ ਸੰਸਾਰੀ ਹੈ। ਉਸ ਤੋਂ ਅੱਗੇ ਜਗਿਆਸੂ। ਜਗਿਆਸੂ ਦਾ ਭਾਵ ਜਿਹੜਾ ਸੰਸਾਰ ਵਿੱਚ ਵਿਚਰਿਆ, ਸੰਸਾਰ ਦੇ ਵਿੱਚ ਚੱਲਿਆ, ਬੜੇ ਵਰਤਾਰਿਆਂ ਨੂੰ ਜਿਹਨੇ ਦੇਖਿਆ ਅਤੇ ਉਹਨੂੰ ਦੇਖ ਕੇ ਉਹਦੇ ਅੰਦਰ ਕੁਝ ਇੱਕ ਤਰ੍ਹਾਂ ਦਾ ਕਾਂਬਾ ਪੈਦਾ ਹੋਇਆ ਕਿ ਜਦੋਂ ਉਹਨੇ ਦੇਖਿਆ ਕਿ ਕੋਈ ਵੀ ਹਾਲਤ, ਕਾਲ ਵਾਲੀ ਹਾਲਤ ਦੀ ਉਦਾਹਰਨ ਲੈ ਲਈਏ ਕਿ ਸਭ ਚੱਲਦੇ ਜਾ ਰਹੇ ਹਨ, ਅਤੇ ਸੱਤ ਕੀ ਹੈ, ਫਿਰ ਕਿਹਾ ਜਾਂਦਾ ਹੈ ਰੋਜ਼ਾਨਾ ਕਿ ਸਤਿਨਾਮ। ਫਿਰ ਸੱਤ ਕੀ ਹੈ, ਜਿੰਨੇ ਆਕਾਰ ਜਗਤ ਦੇ ਆਰੰਭ ਤੋਂ ਪੈਦਾ ਹੋਏ ਨੇ ਉਹ ਸਾਰੇ ਤਾਂ ਸਮਾਂ ਪਾ ਕੇ ਮਿਟਦੇ ਜਾ ਰਹੇ ਨੇ। ਫਿਰ ਸਦੀਵ ਕਿਹੜਾ ਹੈ, ਜਿਹਨੂੰ ਇਹ ਜਾਣਨ ਦੀ ਜਿਗਿਆਸਾ ਪੈਦਾ ਹੁੰਦੀ ਹੈ, ਜਾਂ ਜੀਵਨ ਦੇ ਜਿਹੜੇ ਇਸ ਪੱਖ ਤੋਂ ਜਾਗਦਾ ਹੈ ਕਿ ਜੀਵਨ ਨੂੰ ਪਹਿਲਾਂ ਸੋਚਿਆ ਕਿ ਪਦਾਰਥ ਨਾਲ ਭਰਪੂਰ ਕਰ ਲਈਏ, ਪਦਾਰਥ ਨਾਲ ਭਰਪੂਰ ਕਰ ਲਿਆ, ਹੁਣ ਬਹੁਤ ਸੁਖਦਾਈ ਅਤੇ ਆਰਾਮਦਾਇਕ ਜੀਵਨ ਹੈ। ਜਦੋਂ ਸਾਰੇ ਅਰਥ ਦੀ ਪ੍ਰਾਪਤੀ ਹੋ ਗਈ ਜੀਵਨ ਦੇ ਵਿੱਚ, ਉਦੋਂ ਕੀ ਕੇਵਲ ਇੰਨਾ ਕੀ ਜੀਵਨ ਦਾ ਅਰਥ ਹੈ ਕਿ ਧਨ ਪਦਾਰਥਾਂ ਦੀ ਭਰਪੂਰਤਾ ਕਰ ਲਈ। ਅਤੇ ਜਦੋਂ ਇੱਥੇ ਜਾ ਕੇ ਮਨੁੱਖ ਦੇ ਅੰਦਰ ਦਾ ਇੱਕ ਪ੍ਰਸ਼ਨ ਜਾਗਦਾ ਕਿ ਜੀਵਨ ਦਾ ਅਗਲਾ ਮਨੋਰਥ ਕੀ ਹੈ। ਇਸ ਕਰਕੇ ਦੁਨੀਆ, ਜੇ ਕਿਤੇ ਇਹ ਵੀ ਹਿਸਟਰੀ ਫੋਲੀ ਜਾਵੇ ਕਿ ਦੁਨੀਆ ਦੇ ਵਿੱਚ ਜਿਹੜੇ ਬੰਦੇ ਸਿਰੇ ਦੇ ਅਮੀਰ ਹੋ ਕੇ ਬਾਅਦ ਦੇ ਵਿੱਚ ਸੰਤ ਜਾਂ ਭਗਤੀ ਮਾਰਗ ਵੱਲ ਚੱਲੇ, ਉਹਨਾਂ ਦਾ ਅਨੁਭਵ ਕੀ ਸੀ। ਉਹਨਾਂ ਦੇ ਵਿੱਚ ਕੁਝ ਪਿਛਲੇ ਸਮੇਂ ਦੇ ਵਿੱਚ ਹੀ ਬਹੁਤ ਵੱਡੇ ਐਸੇ ਸ਼ਖਸ ਹੋਏ ਹਨ। ਉਹਦੇ ਵਿੱਚ ਉਹਨਾਂ ਨੇ ਇੱਕ ਦਾ ਮੈਂ ਅਨੁਭਵ ਪੜ੍ਹਿਆ, ਉਹਨੇ ਬੜੀ ਕਮਾਲ ਦੀ ਗੱਲ ਲਿਖੀ। ਕਹਿੰਦਾ ਕਿ ਮੈਂ ਜਿਹੜਾ ਪਹਿਲੇ ਜਿਸ ਮੀਨਿੰਗ ਦੀ ਭਰਪੂਰਤਾ ਲਈ ਯਤਨ ਕੀਤਾ, ਭਾਵ ਕਿ ਘਰ, ਪਦਾਰਥ, ਗੱਡੀ ਸਾਰਾ ਕੁਝ ਹੋਵੇ, ਕਹਿੰਦਾ ਜਦੋਂ ਮੈਂ ਉਹ ਸਾਰਾ ਕੁਝ ਕਰ ਬੈਠਾ ਤਾਂ ਇੱਕ ਦਿਨ ਸੁਭਾਵਕ ਮੈਂ ਆਪਣੇ ਕਿਸੇ ਬਗੀਚੇ ਵਿੱਚ ਬੈਠਾ ਸਾਂ, ਤਾਂ ਉੱਥੇ ਮੈਨੂੰ ਗਹਿਰੀ ਵਿਚਾਰ ਆਈ। ਤਾਂ ਉਹਦੇ ਵਿੱਚ ਮੈਨੂੰ ਸਮਝ ਆਇਆ ਕਿ ਜੀਵਨ ਦਾ ਇੰਨਾ ਕੀ ਅਰਥ ਹੈ ਕਿ ਕੀ ਮੈਂ ਕੰਪਲੀਟ ਹੋ ਗਿਆ। ਕਹਿੰਦੇ ਜਦੋਂ ਮੈਂ ਦੇਖਿਆ ਕਿ ਮੈਂ ਸੰਸਾਰ ਦੇ ਨੁਕਤੇ ਤੋਂ ਕੰਪਲੀਟ ਹਾਂ, ਪਰ ਜਿਹੜਾ ਅਧਿਆਤਮ ਦਾ ਮਕਸਦ ਕਿਹਾ ਜਾਂਦਾ ਉਹਦੇ ਵਿੱਚ ਤਾਂ ਜੇ ਮੈਂ ਚੱਲਿਆ ਵੀ ਨਹੀਂ। ਜਿਹਦੇ ਅੰਦਰ ਇਹ ਪ੍ਰਸ਼ਨ ਪੈਦਾ ਹੁੰਦਾ ਅਤੇ ਇਸ ਪ੍ਰਸ਼ਨ ਦੇ ਉੱਤਰ ਦੇ ਲਈ ਉਹ ਸਤ ਸੰਗਤ ਵਿੱਚ ਆਉਂਦਾ ਹੈ,
ਗਿਆਨ ਦੀ ਸਾਧਨਾ ਕਰਦਾ ਹੈ, ਉਹਨੂੰ ਅਸੀਂ ਜਗਿਆਸੂ ਕਹਿੰਦੇ ਹਾਂ। ਇਸ ਕਰਕੇ ਬਹੁਤੇ ਸਤਸੰਗੀ ਇਹਨਾਂ ਦੋ ਪੱਧਰਾਂ 'ਤੇ ਹੀ ਹੁੰਦੇ ਨੇ, ਜਾਂ ਤਾਂ ਉਹ ਸੰਸਾਰੀ ਹੁੰਦੇ ਨੇ ਜਾਂ ਉਹ ਜਗਿਆਸੂ ਹੁੰਦੇ ਨੇ। ਇਸ ਤੋਂ ਅਗਲਾ ਹੈ ਸਾਧੂ। ਸਾਧੂ ਦਾ ਅਸੀਂ, ਕਿਉਂਕਿ ਇਹਨਾਂ ਚੀਜ਼ਾਂ ਦੇ ਉੱਪਰ ਇੰਨੀ ਧੁੰਦ ਪੈ ਚੁੱਕੀ ਹੈ ਕਿ ਸਾਨੂੰ ਉਹ ਲੱਗਦਾ ਕਿ ਉਜਲੇ ਵੇਸ ਵਾਲਾ, ਗੋਲ ਦਸਤਾਰ ਵਾਲਾ ਬੰਦਾ ਹੀ ਸਾਧੂ ਹੁੰਦਾ ਹੈ, ਦੂਜਾ ਸਾਧੂ ਹੀ ਨਹੀਂ ਹੈ। ਇਸ ਕਰਕੇ ਜਿਹੜਾ ਗਿਆਨ ਦੀ ਤਲਾਸ਼ ਦੇ ਵਿੱਚ ਜਿਹਨੇ ਆਪਣੇ ਮਨ ਦੀ ਜਗਿਆਸਾ ਦੇ ਉੱਤਰ ਪ੍ਰਾਪਤ ਕਰਕੇ ਉਹਦੀ ਸਾਧਨਾ ਕਰਨੀ ਸ਼ੁਰੂ ਕਰ ਦਿੱਤੀ ਹੈ, ਸੰਗਤ ਵਿੱਚ ਰੋਜ਼ਾਨਾ ਬੈਠਣਾ ਸ਼ੁਰੂ ਕਰ ਦਿੱਤਾ ਹੈ, ਗੁਰੂ ਸ਼ਬਦ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ, ਆਪਣੇ ਮਨ ਨੂੰ, ਆਪਣੇ ਸਭ ਕੁਝ ਨੂੰ ਸਮਝਣ ਦਾ ਯਤਨ ਕਰਨ ਦਿੱਤਾ ਹੈ, ਇਸ ਤਰ੍ਹਾਂ ਦੀ ਜਿਹਦੀ ਸਾਧਨਾ ਆਰੰਭ ਹੋ ਗਈ ਹੈ, ਅਤੇ ਜਿਹੜਾ ਹੌਲੀ ਹੌਲੀ ਆਪਣੀ ਅੰਤਰੀਵ ਮੈਲ ਨੂੰ ਗਿਆਨ ਦੇ ਨਾਲ ਕੱਟ ਰਿਹਾ ਹੈ ਅਤੇ ਸਾਰੇ ਯਤਨ ਉਹਨੇ ਉਸੇ ਪਾਸੇ ਲਗਾ ਲਏ ਹਨ, ਉਹਨੂੰ ਅਸੀਂ ਸਾਧੂ ਆਖਦੇ ਹਾਂ। ਅਤੇ ਜਦ ਸਾਧਨਾ ਦਾ ਬੜਾ ਸਮਾਂ ਅਭਿਆਸ ਕਰਕੇ ਜਦੋਂ ਕੋਈ ਮਨੁੱਖ ਆਪਣੇ ਜੀਵਨ ਦੀਆਂ ਸਾਰੀਆਂ ਸਿਖਰਲੀਆਂ ਅਵਸਥਾਵਾਂ ਨੂੰ ਕਮਾ ਲੈਂਦਾ ਹੈ ਅਤੇ ਉਹ ਸੰਤ ਰੂਪ ਦੇ ਵਿੱਚ ਢਲ ਜਾਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੇਵਾ ਕਉ ਦੋਏ ਭਲੇ। ਹੁਣ ਸੰਤ ਕਿਉਂ ਕਿਹਾ, ਇਹਦਾ ਵੀ ਇੱਕ ਕਾਰਨ ਹੈ। ਸੰਤ ਅਤੇ ਰਾਮ ਜੋੜਿਆ ਹੋਇਆ ਭਗਤ ਕਬੀਰ ਸਾਹਿਬ ਜੀ ਨੇ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਕਿਸੇ ਨਾ ਕਿਸੇ ਚੀਜ਼ ਦਾ ਜਿਵੇਂ ਸੰਕੇਤ ਮਾਤਰ ਹੁੰਦਾ ਹੈ, ਕਿਸੇ ਜਗ੍ਹਾ ਜਾ ਰਹੇ ਹੋਈਏ, ਉੱਥੋਂ ਅੱਗੇ ਮਾਰਗ ਕਿਵੇਂ ਬਦਲਣਾ ਹੈ, ਕੁਝ ਨਿਸ਼ਾਨ ਆਦਿਕ ਹੁੰਦੇ ਨੇ। ਇਸ ਕਰਕੇ ਜਿਹੜੇ ਸੰਤ ਜਨ ਹਨ ਉਹ ਧਰਤੀ 'ਤੇ ਪ੍ਰਤੱਖ ਨਿਸ਼ਾਨ ਹਨ ਅਕਾਲ ਪੁਰਖ ਪਰਮੇਸ਼ਰ ਦੇ ਹੋਣ ਦੇ, ਉਹਦੇ ਗੁਣ ਨਿਧ ਹੋਣ ਦੇ, ਕਿ ਅਕਾਲ ਪੁਰਖ ਦੀ ਹਸਤੀ ਕਿੱਡੀ ਵੱਡੀ ਹੈ, ਇਹਦਾ ਨਿਸ਼ਾਨ ਧਰਤੀ 'ਤੇ ਸਾਨੂੰ ਸੰਤ ਦੇ ਰੂਪ ਵਿੱਚ ਮਿਲਦਾ ਹੈ। ਇਸ ਕਰਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਖਦੇ ਹਨ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ, ਅਤੇ ਉਹਦਾ ਭਾਵ ਇਹ ਹੈ ਕਿ 125-30 ਕਰੋੜ ਦੀ ਆਬਾਦੀ ਹੈ ਭਾਰਤ ਦੀ, ਯਕੀਨਨ ਇੰਨੇ ਕੀ ਬੰਦੇ ਹੋਣਗੇ 120-25 ਜਿਹੜੇ ਅਸਲ ਸੰਤ ਦੀ ਅਵਸਥਾ ਵਿੱਚ ਢਲ ਕੇ ਇਸ ਸੰਸਾਰ ਦੀ ਨਵਾਜ਼ਿਸ਼ ਕਰ ਰਹੇ ਹਨ। ਇੱਕ ਕਿਸੇ ਕਵੀ ਦਾ ਕਥਨ ਹੈ ਕਿ ਜਿਹੜੇ ਕਲਾਕਾਰ ਨੇ ਉਹ ਹਰ ਗਲੀ 'ਚ ਮਿਲ ਜਾਂਦੇ ਨੇ, ਵਿਦਵਾਨ ਨੇ ਉਹ ਕਿਸੇ ਕਿਸੇ ਨਗਰ ਵਿੱਚ ਮਿਲਦੇ ਨੇ, ਅਤੇ ਜਿਹੜੇ ਸੰਤ ਹਨ ਕਿਸੇ ਕਿਸੇ ਦੇਸ਼ ਵਿੱਚ ਮਿਲਦੇ ਹਨ, ਬਹੁਤ ਵਿਰਲੇ ਹੁੰਦੇ ਹਨ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਉਹਦੇ ਇੱਕ ਦੇ ਅਭਿਆਸ ਨਾਲ ਸਾਰੀ ਜਗਤ ਦੀ ਬਰਕਤ ਖਾਂਦੀ ਹੈ। ਹੁਣ ਦੇ ਸਮੇਂ 'ਚ ਅਸੀਂ ਕਹਿੰਦੇ ਹਾਂ ਜੀ ਬੜਾ ਸਮਾਂ ਮੁਸ਼ਕਿਲ ਭਰਾ ਆ ਰਿਹਾ ਹੈ, ਬੜੇ ਸੰਕਟ ਆ ਰਹੇ ਨੇ, ਤਾਂ ਇਹਦਾ ਭਾਵ ਕੀ ਹੈ ਕਿ ਜਿਹੜੇ ਬੰਦਗੀ ਦੇ ਅਭਿਆਸ ਵਾਲੇ ਸਤਿਪੁਰਖ ਨੇ, ਜਿਨ੍ਹਾਂ ਦੀ ਗਿਣਤੀ, ਇੱਕ ਪੁਰਖ ਦੀ ਗਿਣਤੀ 1 ਕਰੋੜ ਦੀ ਸਮਰੱਥਾ ਨੂੰ ਥੰਮਣ ਵਾਲੀ ਹੁੰਦੀ ਹੈ, ਉਹ ਖੁਦ ਵੀ ਘਟਦੇ ਜਾਣ। ਜਦੋਂ ਜਦੋਂ ਧਰਤੀਆਂ 'ਤੇ ਬੰਦਗੀ ਦਾ ਸੰਤੁਲਨ ਡੋਲਦਾ ਹੈ, ਉਦੋਂ ਉਦੋਂ ਉਹਨਾਂ ਧਰਤੀਆਂ 'ਤੇ ਧਰਮ ਅਧਰਮ, ਪਾਪ, ਅਵਗੁਣ, ਮਾਇਆ ਦੀ ਸਾਰੀ ਭਟਕਣ ਵੱਧ ਜਾਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਸੇਵਾ ਕੋ ਦੋਏ ਭਲੇ। ਸੰਤ ਜਨ ਧਰਤੀ 'ਤੇ ਪ੍ਰਭੂ ਦਾ ਨਿਸ਼ਾਨ ਹੁੰਦੇ ਹਨ। ਉਹਨਾਂ ਦੇ ਜੀਵਨ ਦੀ ਤਰਜ ਨੂੰ ਦੇਖ ਕੇ, ਉਹਨਾਂ ਦੇ ਜੀਵਨ ਅਭਿਆਸ ਨੂੰ ਦੇਖ ਕੇ, ਉਹਨਾਂ ਦੇ ਜੀਵਨ ਦੇ ਸਮੁੱਚੇ ਪਸਾਰਾਂ ਨੂੰ ਦੇਖ ਕੇ ਪ੍ਰਭੂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖ ਸਰੂਪ ਹਸਤੀ ਜਿਹਦੀ ਅਸੀਂ ਬਾਣੀ 'ਚ ਜਾਂ ਸਭ ਧਰਮ ਗ੍ਰੰਥਾਂ 'ਚ ਵਿਚਾਰ ਪੜ੍ਹਦੇ ਹਾਂ, ਉਹਦਾ ਜ਼ਿਕਰ ਪੜ੍ਹਦੇ ਹਾਂ, ਇਹ ਉਹਦਾ ਪ੍ਰਤੱਖ ਨਿਸ਼ਾਨ ਨੇ। ਇਸ ਕਰਕੇ ਜੇ ਸੰਤ ਸ਼ਬਦ ਨੂੰ ਸਮਝਿਆ ਜਾਵੇ ਤਾਂ ਅਸੀਂ 7 ਸ਼ਬਦ ਰੋਜ਼ਾਨਾ ਪੜ੍ਹਦੇ ਹਾਂ, ਸਤਨਾਮ। ਤਾਂ ਜਿਹੜਾ ਸਤ ਸਰੂਪ ਦੇ ਅਭਿਆਸ ਨੂੰ ਕਰਕੇ ਅਤੇ ਆਪ ਸਤ ਹੋ ਚੁੱਕਾ ਹੈ, ਸਦੀਵ ਹੋ ਚੁੱਕਾ ਹੈ, ਅਤੇ ਪਰ ਉਹ ਸਦੀਵ ਹੋਣ ਤੋਂ ਬਾਅਦ ਵੀ ਆਪਣੇ ਆਪ ਨੂੰ ਕਾਲ ਦੇ ਵਿੱਚ ਰੱਖ ਕੇ ਅਤੇ ਧਰਤੀ 'ਤੇ ਸੇਵਾ ਕਰ ਰਿਹਾ ਹੈ। ਇਸ ਕਰਕੇ ਸੰਤ ਦੇ ਇੱਕ ਬੜੀ ਕਮਾਲ ਦੀ ਉਹਦੇ ਅੰਦਰ ਗੱਲ ਹੈ ਕਿ ਉਹ ਅੰਤਰ-ਆਤਮੇ ਦੇ ਵਿੱਚੋਂ ਮੁਕਤ ਹੁੰਦਾ ਹੈ, ਅਤੇ ਉਹ ਇਸੇ ਕਰਕੇ ਸੰਤ ਦਾ ਜਿਹੜਾ ਗੁਰਬਾਣੀ 'ਚ ਬੜਾ ਜ਼ਿਕਰ ਆਇਆ। ਇਹਦੀ ਮੈਂ ਕੁਝ ਦਫਾ ਵਿਆਖਿਆ ਸੁਣਦਾ ਕਈ ਵਾਰੀ ਗੁਰਬਾਣੀ ਵਿਆਖਿਆਕਾਰਾਂ ਕੋਲੋਂ, ਅਤੇ ਉਹ ਅਕੈਰੀ ਜੀ ਕਰ ਦਿੰਦੇ ਹਨ। ਅਕੈਰੀ ਜੀ ਕਰਨੀ ਨਹੀਂ ਚਾਹੀਦੀ। ਉਹਦਾ ਭਾਵ ਇਹ ਹੈ ਕਿ ਜਦੋਂ ਸੰਤ ਦਾ ਜ਼ਿਕਰ ਆਇਆ ਹੈ ਤਾਂ ਉਹਦਾ ਭਾਵ ਹੈ ਕਿ ਸਾਡਾ ਅਧਿਆਤਮ ਦਾ ਮਨੋਰਥ ਵੀ ਤਾਂ ਸਦੀਵ ਹੋਣਾ ਹੈ। ਸਰੀਰ ਦਾ ਜੀਵਨ ਸਾਡਾ ਛੋਟਾ ਹੈ, ਜੇ ਕਿਸੇ ਹੋਰ ਜੂਨ ਦੀ ਪ੍ਰਵਿਰਤ ਹੋ ਜਾਈਏ ਉਹ ਵੀ ਜੀਵਨ ਛੋਟਾ ਹੈ, ਇਹ ਜਗਤ ਵੀ ਸਿਮਟਣ ਵਾਲਾ ਹੈ। ਇਸ ਕਰਕੇ ਸਦੀਵ ਹੋਣਾ ਹੀ ਸਾਡੇ ਜੀਵਨ ਦਾ ਅਧਿਆਤਮ ਮਨੋਰਥ ਹੈ, ਅਤੇ ਸੰਤ ਜਿਹੜਾ ਹੈ ਉਹ ਸਦੀਵਤਾ ਦੇ ਵਿੱਚ ਪੂਰੀ ਤਰ੍ਹਾਂ ਜਜ਼ਬ ਹੋ ਚੁੱਕਿਆ ਹੁੰਦਾ ਹੈ। ਪਰ ਉਹਦੇ ਜੀਵਨ ਦਾ ਕਮਾਲ ਦੇਖੋ, ਉਹ ਜਜ਼ਬ ਹੋਣ ਤੋਂ ਬਾਅਦ ਹੁਣ ਉਹਨੂੰ ਕੋਈ ਭਟਕਣ ਨਹੀਂ, ਕੁਝ ਹੀ ਨਹੀਂ ਹੈ, ਪ੍ਰਭੂ ਰੂਪ ਹੀ ਹੋ ਗਿਆ ਹੈ, ਪਰ ਫਿਰ ਵੀ ਉਹ ਧਰਤੀ 'ਤੇ ਸੇਵਾ ਦਾ ਕਰਮ ਪਾਲਦਾ ਹੈ।
ਉਸ ਤੋਂ ਬਾਅਦ ਵੀ ਉਹ ਆਪਣਾ ਆਦਰਸ਼ ਬਣਾ ਲੈਂਦਾ ਹੈ। ਇਸ ਕਰਕੇ ਜਦੋਂ ਅਸੀਂ ਗੁਰੂ ਸਾਹਿਬਾਨਾਂ ਨੂੰ ਗੁਰਬਾਣੀ 'ਚ ਨਾ ਮੈਂ ਕਿਉਂਕਿ ਇਸ ਵਾਕ ਬਾਰੇ ਸਪਸ਼ਟਤਾ ਨਹੀਂ ਸੀ, ਥੋੜ੍ਹਾ ਸਮਝਣ ਦਾ ਯਤਨ ਕੀਤਾ, ਅਤੇ ਜਦੋਂ ਆਉਂਦਾ ਨਾ ਗੁਰ ਸੰਤ ਜਨੋ, ਜਾਂ ਇਸ ਤਰ੍ਹਾਂ ਗੁਰਬਾਣੀ ਵਿੱਚ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ, ਤਾਂ ਉੱਥੇ ਜਦੋਂ ਗੁਰ ਦੇ ਨਾਲ ਸੰਤ ਸ਼ਬਦ ਵਰਤਿਆ ਤਾਂ ਉਹਦਾ ਭਾਵ ਹੈ ਕਿ ਗੁਰੂ ਮੁਕਤ ਸਰੂਪ ਹੁੰਦਾ ਹੈ ਅਤੇ ਉਹ ਦੂਜਿਆਂ ਨੂੰ ਮੁਕਤ ਕਰਨ ਦੀ ਬੜੀ ਵੱਡੀ ਸਮਰੱਥਾ ਰੱਖਦਾ ਹੈ। ਇਸ ਕਰਕੇ ਉਹ ਧਰਤੀ 'ਤੇ ਫਿਰ ਸੰਤ ਰੂਪ ਹੋ ਕੇ ਵਿਚਰਦਾ, ਉਂਝ ਉਹ ਗੁਰ ਸਰੂਪ ਹੈ ਕਿ ਉਹ, ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਸੰਤ ਜਿਹੜਾ ਹੈ ਉਹ ਮੁਕਤ ਹੋ ਕੇ ਵੀ ਸੰਸਾਰ ਦੀ ਜਗਤ ਦੀ ਸੇਵਾ ਕਰਨੀ ਲੋਚਦਾ ਹੈ। ਇਸ ਕਰਕੇ ਉਹ ਪਰਉਪਕਾਰ, ਤਿਆਗ ਸਭ ਕੁਝ ਵੀ ਅਪਣਾਉਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਹੁਣ ਸੇਵਾ ਇਹਨਾਂ ਦੀ ਭਲੀ ਕਿਉਂ ਹੈ? ਮਨੁੱਖ ਕਹੇਗਾ ਹੋਰ ਵੀ ਸੇਵਾ ਦੇ ਬੜੇ ਕਰਮ ਨੇ, ਇਹਨਾਂ ਦੀ ਸੇਵਾ ਕਿਉਂ ਭਲੀ ਹੈ? ਇਸ ਕਰਕੇ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦੇ, ਬਹੁਤ ਵੱਡਾ ਧਨਾੜ ਸੀ ਬੰਦਾ, ਨਿੱਤਾ ਪ੍ਰਤੀ ਲੱਖਾਂ ਦਾ ਦਾਨ ਕਰਦਾ ਸੀ, ਤਾਂ ਰੋਜ਼ ਦਾਨ ਕਰਕੇ ਕਿਸੇ ਦਿਨ ਕੋਈ ਉੱਤਮ ਸਾਧੂ ਸੰਤ ਨੂੰ ਮਿਲ ਗਿਆ, ਉਹਨੂੰ ਦਾਨ ਕੀਤਾ, ਤਾਂ ਕਾਫੀ ਰਾਸ਼ੀ ਉਹਨੂੰ ਦਾਨ ਕੀਤੀ ਉਹਨੇ, ਤਾਂ ਉਹਨੇ ਕੇਵਲ 1 ਰੁਪਇਆ ਉਹਦਾ ਰੱਖਿਆ, ਬਾਕੀ ਸਾਰੇ ਵਾਪਸ ਮੋੜ ਦਿੱਤੇ। ਉਹ ਜਦੋਂ ਉਹਨੂੰ ਵਾਪਸ ਦੇ ਦਿੱਤੇ, ਬਾਅਦ ਫਿਰ ਦੇ ਵਿੱਚ ਜਿਹੜਾ 1 ਰੁਪਈਆ ਉਸ ਸੰਤ ਨੇ ਲਿਆ ਸੀ, ਫਿਰ ਉਸ ਧਨਾੜ ਸੇਠ ਨੂੰ ਦੇ ਦਿੱਤਾ ਅਤੇ ਕਹਿਣ ਲੱਗਾ ਹੁਣ ਮੈਨੂੰ ਫਿਰ ਦੇ। ਉਹ ਫਿਰ ਦੇ ਦਿੱਤਾ। ਉਹਨੇ ਦੂਜੀ ਵਾਰੀ, ਤੀਜੀ, 4-5 ਵਾਰੀ ਕਿਹਾ। ਉਹ ਧਨਾੜ ਸੇਠ ਜਿਹੜਾ ਉਹ ਬੜਾ ਪਛੇਮਾਨ ਹੋ ਗਿਆ ਕਿ ਗੱਲ ਕੀ ਹੈ ਕਿ ਲੱਖਾਂ ਦੀ ਰਾਸ਼ੀ ਇਹਨਾਂ ਨੇ ਅਪਰਵਾਨ ਕਰ ਦਿੱਤੀ, 1 ਰੁਪਇਆ ਉਹ ਵੀ ਬਾਰ-ਬਾਰ ਮੇਰੇ ਕੋਲ ਲਈ ਜਾ ਰਹੇ ਹਨ। ਥੋੜ੍ਹਾ ਸਿਆਣਾ ਸੀ, ਨਿਮਰਤਾ ਦੇ ਵਿੱਚ ਕਹਿਣ ਲੱਗਾ ਜੀ ਜੋ ਤੁਸੀਂ ਆ ਮੇਰੇ ਨਾਲ ਕਰ ਰਹੇ ਹੋ ਇਹਦਾ ਅਰਥ ਕੀ ਹੈ? ਉਹ ਕਹਿਣ ਲੱਗੇ ਕਿ ਮੈਂ ਤੈਨੂੰ ਦੱਸ ਰਿਹਾ ਕਿ ਜੇ ਤੂੰ ਦਾਨੀ ਹੋਣ ਦੀ ਸਾਧਨਾ ਕਰਨੀ ਹੈ ਤਾਂ ਤੂੰ ਦੇਖ ਕਿ 1 ਤੋਂ ਸਾਰਾ ਸਿਲਸਿਲਾ ਆਰੰਭ ਹੁੰਦਾ ਹੈ। 1 ਤੋਂ ਭਾਵ ਕਿ ਪਹਿਲਾ ਅੰਕ 1 ਹੈ, ਉਹਦੇ ਤੋਂ ਸਾਰੇ ਜਗਤ ਦੀ ਇੱਕ ਅਕਾਲ ਪੁਰਖ ਪ੍ਰਭੂ ਹੈ, ਉਹਦੇ ਤੋਂ ਰਚਨਾ ਸ਼ੁਰੂ ਹੁੰਦੀ ਹੈ। ਇਸ ਕਰਕੇ ਤੈਨੂੰ ਮੈਂ ਸੂਝ ਦੇਣ ਦਾ ਯਤਨ ਕਰ ਰਿਹਾ ਕਿ ਤੂੰ ਇੱਕ ਹੋ ਜਾ, ਅਤੇ ਜਿਹੜੀ ਤੂੰ ਲੱਖਾਂ ਦੀ ਰਾਸ਼ੀ ਦੇ ਨਾਲ ਦਾਨ ਦੇ ਕਰਮ ਨਾਲ ਤੇਰਾ ਅੰਤਰ ਪਵਿੱਤਰ ਨਹੀਂ ਹੋ ਰਿਹਾ, ਮੈਂ ਤੂੰ ਇਹਨੂੰ 1 'ਤੇ ਲਿਆ ਰਿਹਾ ਕਿ ਜੇ 1 ਦਾ ਦਾਨ ਵੀ ਤੇਰਾ ਹਉਂ ਤੋਂ ਜਾਂ ਮਾਣ ਦੀ ਮੈਲ ਤੋਂ ਰਹਿਤ ਹੋ ਕੇ ਹੋ ਗਿਆ ਅਤੇ ਤੇਰਾ 1 ਦਾ ਹੀ ਦਾਨ ਉਸ ਸਾਰੇ ਲੱਖ ਦੇ ਬਰਾਬਰ ਹੈ। ਮੇਰਾ ਭਾਵ ਹੈ ਕਿ ਤੂੰ ਦਾਨ ਦੀ ਮੈਲ ਨਾਲ ਭਰੀ ਜਾ ਰਿਹਾ ਹੈ, ਕਰਮ ਸ਼ੁਭ ਕਰ ਰਿਹਾ, ਪਰ ਕਰਮ ਦੀ ਹਉਂ ਮੈਲ ਤੇਰੇ ਅੰਦਰ ਚੱਲਦੀ ਜਾ ਰਹੀ। ਇਸ ਕਰਕੇ ਮੈਂ ਤੈਨੂੰ 1 'ਤੇ ਲਿਆਉਣਾ ਚਾਹੁੰਦਾ ਕਿ ਲੱਖਾਂ ਦਾ ਛੱਡ ਕੇ ਵੱਡੀ ਹਉਮੈ ਨਾ ਕਰ, ਤੇਰੀ ਹਉਮੈ ਨੂੰ ਮੈਂ ਛੋਟੇ ਕਰਨ ਦਾ ਕਰਮ ਕੀਤਾ ਹੈ ਕਿ ਤੈਨੂੰ ਸਮਝ ਆਵੇ ਕਿ ਅਜੇ ਮੇਰੀ ਜਿਹੜੀ ਹਉਂ ਤੋਂ ਰਹਿਤ ਹੋ ਕੇ ਜਿਹੜੀ ਮੈਂ ਦਾਨ ਦੀ ਪ੍ਰਵਿਰਤੀ ਉਹ ਮੇਰੀ ਅਜੇ 1 ਰੁਪਈਏ ਜੋਗੀ ਹੈ, ਉਂਝ ਆਪਣੀ ਵਾਹੀ ਕਰਾਉਣ ਲਈ ਲੱਖ ਵਾਲੀ ਹੈ। ਇਸ ਕਰਕੇ ਸੇਵਾ ਕੋ ਦੋਏ ਭਲੇ। ਅਸੀਂ ਜੀਵਨ ਦੇ ਵਿੱਚ ਸਾਡੀ ਇੱਕ ਹੋਰ ਸਮੱਸਿਆ ਜਿਹੜੀ ਅੱਜ ਕੱਲ੍ਹ ਸਿੱਖ ਸਮਾਜ ਦੀ ਹੈ, ਕਥਾਵਾਚਕ ਤਾਂ ਬੰਦਗੀ ਅਭਿਆਸ ਵਾਲੇ ਹੈ ਹੀ ਨਹੀਂ, ਬਹੁਤ ਘੱਟ ਹੈ, ਕਿਤੇ 100 'ਚ ਮਸਾਂ ਹੀ 1 ਹੋਵੇ। ਉਸ ਤੋਂ ਅੱਗੇ ਜਿਨ੍ਹਾਂ ਨੇ ਬੰਦਗੀ ਦਾ ਅਭਿਆਸ ਪਾਲਣਾ ਉਹਨਾਂ ਕੋਲ ਕਥਾ ਦਾ ਅਨੁਭਵ ਨਹੀਂ ਹੈ। ਇਸ ਕਰਕੇ ਗੱਲ ਦੋਹਰੀ ਚੱਲ ਰਹੀ ਹੈ। ਇਸ ਕਰਕੇ ਸਾਡੇ ਸਿੱਖ ਸਮਾਜ ਨੂੰ ਦੋਹਰੀ ਮਾਰ ਪੈ ਰਹੀ ਹੈ ਕਿ ਜਿਹੜੀ ਬੰਦਗੀ ਦੇ ਜੀਵਨ ਨੂੰ ਦੇਖ ਕੇ ਇਹਨਾਂ ਨੇ ਉੱਚੇ ਉੱਠਣਾ ਹੈ, ਨਾ ਤਾਂ ਉਹ ਪੁਰਖ ਮਿਲ ਰਹੇ ਨੇ ਜਿਨ੍ਹਾਂ ਨੇ ਉੱਚੇ ਉਠਾਉਣ ਵਿੱਚ ਮਦਦ ਕਰਨੀ, ਜਿਨ੍ਹਾਂ ਦੀ ਸੁਹਬਤ ਨਾ ਉਹ ਪੂਰੀ ਮਿਲ ਰਹੀ। ਇਸ ਕਰਕੇ ਕਿਹਾ ਕਬੀਰ ਸੇਵਾ ਕੋ ਦੋਏ ਭਲੇ। ਹੁਣ ਸੰਤ ਦੀ ਸੇਵਾ ਭਲੀ ਕਿਵੇਂ ਹੁੰਦੀ, ਇਹਦੇ ਵੀ ਕੁਝ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਗੁਰਬਾਣੀ 'ਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਾਕ ਆਉਂਦੇ ਹਨ, ਸ਼ਲੋਕ ਸਹਿਸਕ੍ਰਿਤੀ ਮਹੱਲਾ 5 ਦੇ ਅੰਤਰਗਤ। ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨਹਿ। ਅਸੀਂ ਗੁਰੂ ਸ਼ਬਦ ਦਾ ਅਭਿਆਸ ਕਰਦੇ ਹਾਂ ਦਿਨ ਦੇ ਵਿੱਚ ਘੰਟਾ 2 ਘੰਟੇ ਜਾਂ ਥੋੜ੍ਹਾ ਸਮਾਂ ਵਧੇਕ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਪੂਰਨ ਪੁਰਖ ਹਨ, ਮੰਤਰ ਰਾਮ ਰਾਮ ਨਾਮੰ, ਸਦੀਵ ਉਹਦੀ ਧਿਆਨਤਾ ਦੇ ਵਿੱਚ ਲੱਗੇ ਰਹਿੰਦੇ ਹਨ ਅਤੇ ਜਪ ਅਭਿਆਸ ਉਹਨਾਂ ਦੀ ਰਸਨਾ ਉੱਪਰ ਰਹਿੰਦਾ ਹੈ। ਇਸ ਕਰਕੇ ਸੰਤ ਦਾ ਇੱਕ ਪ੍ਰਮਾਣ ਅਸੀਂ ਬਾਣੀ 'ਚ ਵੀ ਪੜ੍ਹਦੇ ਹਾਂ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿੱਦਾਂ ਪਹਿਲਾ ਜੀਵਨ, ਜਿਹੜੇ ਆਪਣੇ ਜੀਵਨ ਦੀ ਤਰਜ਼ ਵਿੱਚੋਂ ਇਹ ਦੱਸ ਰਹੇ ਹਨ ਕਿ ਉਸ ਪ੍ਰਭੂ ਨੂੰ 8 ਪੈਰ ਯਾਦ ਕਰਨ ਦੀ ਸਾਧਨਾ ਕੀਤੀ ਜਾ ਸਕਦੀ, ਕਹਿੰਦੇ ਇਹਦਾ ਪ੍ਰਮਾਣ ਕੇਵਲ ਸੰਤ ਹੀ ਹੁੰਦਾ ਹੈ। ਕਿਉਂਕਿ ਸੰਤ ਨੇ ਉਨੀ ਸ਼ਿੱਦਤ ਨਾਲ ਆਪਣੇ ਜੀਵਨ ਨੂੰ ਢਾਲਿਆ ਹੁੰਦਾ ਹੈ
ਅਤੇ ਉਹਦਾ ਇੱਕ ਪਲ ਵੀ ਉਸ ਪ੍ਰਭੂ ਦੀ ਯਾਦ ਤੋਂ ਬਾਹਰ, ਉਹਦੇ ਧਿਆਨ ਤੋਂ ਬਾਹਰ ਨਹੀਂ ਹੁੰਦਾ। ਇਸ ਕਰਕੇ ਜਿਹੜਾ ਗੁਰਬਾਣੀ ਵਿੱਚ ਪ੍ਰਮਾਣ ਹੁੰਦਾ, ਇਕੱਠੇ ਪੈਰ ਕਿਵੇਂ ਸਿਮਰਿਆ ਜਾ ਸਕਦਾ ਹੈ, ਇਸ ਗੱਲ ਦਾ ਪ੍ਰਤੱਖ ਅਭਿਆਸ ਤੁਹਾਨੂੰ ਸੰਤ ਦੇ ਰੂਪ ਵਿੱਚ ਹੀ ਮਿਲ ਸਕਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਕਹਿੰਦੇ, ਸੇਵਾ ਕੋ ਦੋਏ ਭਲੇ। ਪਹਿਲੀ ਸੇਵਾ ਇਸ ਕਰਕੇ ਭਲੀ ਹੈ ਕਿ ਜਿਹੜੀ ਸਾਧਨਾ ਅੱਠੇ ਪੈਰ ਕਰਨ ਦਾ ਭਾਵ ਇਹ ਹੈ, ਉਹ ਸਾਨੂੰ ਸੰਤ ਦੇ ਰੂਪ ਵਿੱਚ ਪ੍ਰਤੱਖ ਨਜ਼ਰ ਆ ਸਕਦਾ ਹੈ। ਮੈਂ ਕਿਸੇ ਪੂਰਨ ਪੁਰਖ ਦਾ ਨਿੱਜ ਮੇਰਾ ਵਾਹ ਪਿਆ, ਉਹਦੇ ਕੋਲੋਂ ਮੈਂ ਜਾਣਨ ਦੀ ਕੋਸ਼ਿਸ਼ ਕੀਤੀ। ਮੈਂ ਦੇਖਿਆ ਇੱਕ ਦਫਾ ਕਿਸੇ ਕਾਰਨ ਉਹਨੂੰ ਮਿਲਣ ਗਿਆ, ਤਾਂ ਉਹ ਸਾਰਾ ਦਿਨ ਆਪਣੇ ਸ਼ਬਦ ਦੇ ਅਭਿਆਸ ਵਿੱਚ ਰਹਿੰਦਾ ਸੀ। ਮੇਰੀ ਗਿਆਨ ਦੀ ਲੋਚਾ ਸੀ। ਤਾਂ ਜਦੋਂ ਕਾਫੀ ਸਮਾਂ ਬੈਠੇ ਰਹੇ, ਕੁਝ ਕਾਫੀ ਘੰਟੇ ਹੋ ਗਏ, ਤਾਂ ਮੈਂ ਬਿਨਾਂ ਉਹਨਾਂ ਦੀ ਆਗਿਆ ਲਿਆ ਬੇਨਤੀ ਉਹਨਾਂ ਦੇ ਸਾਹਮਣੇ ਕਰ ਦਿੱਤੀ। ਮੈਂ ਕਿਹਾ, ਜੀ ਮੈਂ ਕੁਝ ਤੁਹਾਡੇ ਕੋਲੋਂ ਗਿਆਨ ਦੇ ਅਨੁਭਵ ਜਾਣਨਾ ਚਾਹੁੰਦਾ। ਉਹ ਕਹਿਣ ਲੱਗੇ ਕਿ ਜਿਹੜਾ ਅਨੁਭਵ ਹੈ ਨਾ, ਸਿਰਫ ਦੋ ਹੀ ਵਾਕ ਕਹੇ ਉਹਨਾਂ ਨੇ, ਜਿਹੜਾ ਅਨੁਭਵ ਹੈ, ਕਹਿੰਦੇ, ਉਹ ਕਮਾਈ ਨਾਲ ਆਉਂਦਾ ਹੈ। ਸਿਰਫ ਇੱਕ ਵਾਕਿਆ, ਅਤੇ ਕਮਾਈ ਕਰਨ ਲਈ ਕਹਿੰਦੇ ਜ਼ਿੰਦਗੀ ਲਾਉਣੀ ਪੈਂਦੀ, ਇੰਨਾ ਕੁ ਵਾਕਿਆ। ਹੁਣ ਫਿਰ ਉਹਨਾਂ ਨੇ ਅਗਲਾ ਵਾਕਿਆ ਕਹਿੰਦਾ, ਉਹਨਾਂ ਨੇ ਜਿਹੜੀ ਸਰਲ ਜੀ ਉਹਨਾਂ ਦਾ ਅਨੁਭਵ ਹੁੰਦਾ, ਉਹਨਾਂ ਨੇ ਉਹ ਕਿਹਾ, ਕਹਿੰਦਾ ਕਿ ਇਸਤਰੀ ਨੇ ਜਣਨ ਦੇ ਸਮਰੱਥ ਹੋਣਾ ਹੁੰਦਾ ਹੈ ਨਾ, ਤਾਂ ਉਹਨੂੰ ਆਪਣੀ ਬਚਪਨ ਦੀ ਅਵਸਥਾ, ਇਹ ਸਾਰੀ ਅਵਸਥਾ ਪਾਰ ਕਰਨੀ ਪੈਂਦੀ ਹੈ। ਫਿਰ ਕੰਤ ਰੂਪ ਦੇ ਨਾਲ ਜੁੜਨਾ ਪੈਂਦਾ, ਅਤੇ ਫਿਰ ਉਹ ਧਰਤੀ 'ਤੇ ਨਵੀਂ ਕ੍ਰੀਏਸ਼ਨ ਦੇ ਸਮਰੱਥ ਹੁੰਦੀ ਹੈ। ਜਿੰਨਾ ਚਿਰ ਮਨੁੱਖ ਕੋਲੋਂ ਸ਼ਬਦ ਦਾ ਵੱਡਾ ਅਭਿਆਸ ਨਹੀਂ ਹੈ, ਉਹਦੇ ਮਨ, ਬਲ, ਬੁੱਧ ਜਿਹੜੇ ਬੜੇ ਤਗੜੇ ਨਹੀਂ ਹੋ ਜਾਂਦੇ, ਉਹਨਾਂ ਚਿਰ ਜਿਹੜੀ ਗਿਆਨ ਦੇ ਅਨੁਭਵ ਦੀ ਗੱਲ ਹੈ, ਉਹਦੇ ਕੋਲ ਆ ਨਹੀਂ ਸਕਦੀ। ਇਸ ਕਰਕੇ ਉਹਨੂੰ ਉਹਨਾਂ ਤਪ, ਤਿਆਗ, ਸਮਰਪਣ ਸਭ ਕੁਝ ਲਾਉਣਾ ਪੈਂਦਾ ਉਹਦੇ 'ਤੇ। ਇਸ ਕਰਕੇ ਫਿਰ ਗਿਆਨ ਦੇ ਅਨੁਭਵ ਮਿਲਦੇ ਨੇ। ਇਸ ਕਰਕੇ ਕਬੀਰ ਸੇਵਾ ਕੋ ਦੋਏ ਭਲੇ, ਕਥਾ ਦੇ ਵਿੱਚ ਵੀ ਡੂੰਘਾ ਗਿਆਨ ਹੁੰਦਾ ਹੈ, ਪਰ ਉਸ ਡੂੰਘੇ ਗਿਆਨ ਦਾ ਅਮਲ ਸੰਤ ਕੋਲੋਂ ਹੀ ਪਤਾ ਲੱਗਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਦੂਜੀ ਸੇਵਾ ਇਸ ਕਰਕੇ ਭਲੀ ਹੈ ਕਿ ਉਹ ਤੁਹਾਨੂੰ ਜਿੱਡੇ ਉੱਚੇ ਜੀਵਨ ਵਾਲੇ ਤੁਸੀਂ ਹੋਣਾ ਹੈ, ਉਹਦਾ ਪ੍ਰਤੱਖ ਪ੍ਰਮਾਣ ਦਿਖਾ ਦਿੰਦੇ ਹਨ ਕਿ ਇਵੇਂ ਹੋਇਆ ਜਾ ਸਕਦਾ ਹੈ। ਦੂਜਾ, ਸੰਤ ਦੇ ਕੋਲ ਰਹਿਣ ਲੱਗਿਆ, ਜਿਵੇਂ ਕੋਈ ਇੱਕ ਪੁਰਖ ਸੰਤ ਕੋਲ ਚਲਿਆ ਗਿਆ, ਇੱਕ ਉਹਦੇ ਕੋਲੋਂ ਪਹਿਲਾਂ ਉਹਦਾ ਸੰਤ ਦਾ ਸ਼ਰਧਾਲੂ ਆਇਆ, ਉਹਨੇ ਬੜੀ ਉਹਦੀ ਸਿਫਤ ਕੀਤੀ, ਬੜੀ ਨਮਸਕਾਰ ਕੀਤੀ, ਬੜੀਆਂ ਭੇਟਾਵਾਂ ਰੱਖ ਕੇ ਚਲਾ ਗਿਆ। ਸੰਤ ਨੇ ਕੋਈ ਵਾਕ ਨਾ ਉਚਾਰਿਆ। ਇੱਕ ਨਿੰਦਕ ਆਇਆ, ਉਹਨੇ ਬੜੇ ਭੈੜੇ ਵਾਕ ਕਹੇ, ਬੜਾ ਮੰਦਾ ਭਲਾ ਕਿਹਾ। ਸੰਤ ਨੇ ਫਿਰ ਕੁਝ ਨਾ ਕਿਹਾ, ਅਤੇ ਸੰਤ ਚੁੱਪ ਬੈਠੇ ਸਨ। ਜਿਹੜਾ ਜਗਿਆਸੂ ਨੇੜੇ ਆਇਆ ਹੋਇਆ ਸੀ, ਉਹਨੂੰ ਕਹਿਣ ਲੱਗੇ, ਜਿਹੜਾ ਤੂੰ ਪ੍ਰਸ਼ਨ ਲੈ ਕੇ ਆਇਆ ਸੀ ਨਾ, ਉਹਦਾ ਜਵਾਬ ਤੈਨੂੰ ਮਿਲ ਗਿਆ ਹੈ। ਤਾਂ ਉਹ ਕਹਿਣ ਲੱਗਾ, ਜੀ ਮੈਂ ਕੁਝ ਸਮਝਿਆ ਨਹੀਂ। ਕਹਿੰਦਾ, ਤੂੰ ਸਮਝਣ ਆਇਆ ਸਾ ਕਿ ਸੰਤ ਕੀ ਹੁੰਦਾ ਹੈ? ਕਹਿੰਦਾ, ਸੰਤ ਇਹ ਹੁੰਦਾ ਹੈ ਕਿ ਜੇ ਮੇਰੀ ਉਪਮਾ ਕੀਤੀ, ਉਪਮਾ 'ਤੇ ਨਹੀਂ ਭਤੀਜਿਆ, ਅਤੇ ਜੇ ਮੇਰੀ ਨਿੰਦ ਹੋਈ ਅਤੇ ਨਿੰਦ ਕਰਕੇ ਮੈਂ ਘਬਰਾਇਆ ਨਹੀਂ। ਮੈਂ ਇੱਕ ਰਸ ਹਾਂ, ਇੱਕ ਰਸਾਂ ਸਦੀਵ ਰਹਿੰਦਾ ਹਾਂ। ਇਸ ਕਰਕੇ ਮੇਰੀ ਅਵਸਥਾ ਵਿੱਚ ਕੋਈ ਫਰਕ ਨਹੀਂ ਪੈ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸੰਤ ਦਾ ਇੱਕ ਲੱਛਣ ਦੱਸਿਆ, ਜੋ ਕੋਟਿਕ ਮਿਲਹਿ ਅਸੰਤ। ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਿਕ ਮਿਲਹਿ ਅਸੰਤ। ਮਲਿਆਗਰ ਭਯੰਗਮ ਬੇਡਿਓ ਤਾ ਸੀਤਲਤਾ ਨਾ ਤਜੰਤ। ਇਸ ਕਰਕੇ ਕਬੀਰ ਸੇਵਾ ਕੋ ਦੋਏ ਭਲੇ, ਉਹ ਸਾਡਾ ਦਵੈਤ ਖਤਮ ਕਰਦੇ ਨੇ, ਕਿਉਂਕਿ ਅਸੀਂ ਬੜੇ ਦਵੈਤ ਵਿੱਚ ਗ੍ਰਸੇ ਹੋਏ ਹਾਂ। ਸਭ ਤੋਂ ਪਹਿਲਾਂ ਰੂਪ ਦਾ ਦਵੈਤ ਸਾਡੇ ਅੰਦਰ, ਮੈਂ ਸੋਹਣਾ ਹਾਂ, ਇਹ ਨਹੀਂ ਸੋਹਣਾ। ਫਿਰ ਧਨ ਦਾ ਦਵੈਤ, ਮੈਂ ਅਮੀਰ ਹਾਂ, ਇਹ ਗਰੀਬ ਹੈ। ਫਿਰ ਉਸ ਤੋਂ ਬਾਅਦ ਮੈਂ ਗੁਰਮੁਖ ਹਾਂ, ਇਹ ਮਨਮੁਖ ਹੈ, ਇਹਦਾ ਦਵੈਤ। ਸਾਡਾ ਧਰਮ ਚੰਗਾ, ਇਹਦਾ ਧਰਮ ਮਾੜਾ, ਇਹ ਦਵੈਤ। ਸਾਡੀ ਭਾਸ਼ਾ ਚੰਗੀ, ਇਹਦੀ ਭਾਸ਼ਾ ਮਾੜੀ, ਦਵੈਤ। ਇੰਨੇ ਜ਼ਿਆਦਾ ਬੰਦੇ ਦਵੈਤਾਂ ਵਿੱਚ ਘਿਰਿਆ ਹੋਇਆ ਹੈ ਕਿ ਉਹਦੇ ਜੀਵਨ ਦੇ ਵਿੱਚ ਇੰਨੇ ਵਖਰੇਵੇ, ਇੰਨੇ ਤਣਾਅ ਪੈਦਾ ਹੋ ਗਏ ਨੇ। ਫਿਰ ਸੰਤ ਉਹਨੂੰ ਇੱਕੋ ਦੀ ਪ੍ਰਤੀਤ ਕਰਵਾਉਂਦਾ ਹੈ। ਕਿਸੇ ਸੰਤ ਪੁਰਖ ਦੇ ਜਿਹੜੇ ਨਿਰੋਲ ਹਨ, ਕਹਿੰਦੇ ਇੱਕ ਦਫਾ ਕੋਈ ਸੰਤ ਪੁਰਖ ਜਿਸ ਇਸ਼ਟ ਨੂੰ ਮੰਨਦਾ ਸੀ, ਮੰਦਰ ਦੇ ਵਿੱਚ ਰੋਜ਼ਾਨਾ ਆਰਾਧਨਾ ਕਰਨ ਜਾਂਦਾ ਸੀ। ਕਿਸੇ ਕਾਰਨ ਕੀ ਹੋਇਆ ਕਿ ਬੜਾ ਹੜ੍ਹ ਆ ਗਿਆ, ਤੋਂ ਮੰਦਰ ਵਿੱਚ ਜਾ ਨਾ ਸਕਿਆ। ਪਰ ਨੇੜੇ ਇੱਕ ਮਸਜਿਦ ਸੀ ਉਹਦੇ, ਉਸ ਮਸਜਿਦ ਦੇ ਵਿੱਚ ਬਹਿ ਗਿਆ, ਅਤੇ ਉੱਥੇ ਬੈਠ ਕੇ ਜਿਹੜੀ ਉਹਨੇ ਗੁਣ ਉਚਾਰੇ, ਜਿਹੜੀ ਸਾਧਨਾ ਕੀਤੀ, ਉਹ ਬਿਲਕੁਲ ਮਸਜਿਦ ਵਾਲੀ ਸੀ। ਜਿਵੇਂ ਮਸਜਿਦ ਦੇ ਵਿੱਚ ਨਮਾਜ਼ ਸਭ ਕੁਝ ਕਰਦੇ ਨੇ, ਮੰਦਰ ਦੇ ਵਿੱਚ ਭਜਨ ਗਾਏ ਜਾਂਦੇ ਨੇ। ਉਹ ਜਦੋਂ ਮਸਜਿਦ ਦੇ ਵਿੱਚ ਬੈਠਾ, ਉਹਨੇ ਉਹ ਨਮਾਜ਼ ਵਾਂਗ ਸਾਰੀ ਅੱਲਾਹ ਤਾਲਾ ਦੀ ਸਿਫਤ ਕੀਤੀ। ਉੱਥੇ ਇੱਕ ਕੋਈ ਗਿਆਨੀ ਭਾਵ ਵਾਲਾ ਬੰਦਾ ਆ ਗਿਆ, ਤਾਂ ਉਹਨੇ ਜਾਣਿਆ ਕਿ ਇਹ ਤਾਂ ਪਹਿਲਾਂ ਦੇਖੀਦਾ ਕਿ ਮੰਦਰ ਵਿੱਚ ਉਪਾਸਨਾ ਕਰਦਾ ਹੁੰਦਾ ਸੀ, ਅੱਜ ਇਹ ਮਸਜਿਦ ਦੇ ਵਿੱਚ ਹੈ। ਪਰ ਮਸਜਿਦ ਦੇ ਵਿੱਚ ਵੀ ਇਹ ਭਜਨ ਨਹੀਂ ਗਾ ਰਿਹਾ, ਨਮਾਜ਼ ਆਦਿਕ ਦੇ ਸ਼ਬਦ ਕਹਿ ਰਿਹਾ ਹੈ। ਉਸ ਤਰ੍ਹਾਂ ਦੀ ਇਹਦੀ ਭਾਸ਼ਾ, ਉਸ ਤਰ੍ਹਾਂ ਦਾ ਇਹਦਾ ਲਹਿਜਾ ਹੈ, ਸਾਰਾ ਕੁਝ।
ਜਦੋਂ ਸਾਰਾ ਕੁਝ ਕਰ ਹਟਿਆ ਤੇ ਉਹਨੇ ਉਹਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਮੰਦਰ ਵਿੱਚ ਨਹੀਂ ਜਾਂਦੇ ਰਹੇ? ਤਾਂ ਉਹਨੇ ਬੜਾ ਕਮਾਲ ਦਾ ਉੱਤਰ ਦਿੱਤਾ। ਕਹਿੰਦਾ ਇਹ ਤੇਰਾ ਭੁਲੇਖਾ ਕਿ ਮੈਂ ਮੰਦਰ ਵੱਲ ਜਾਂਦਾ ਅਤੇ ਮਸਜਿਦ ਵੱਲ ਜਾਂਦਾ। ਮੇਰਾ ਅਸਲ ਮਕਸਦ ਹੈ ਮੈਂ ਜਿੱਧਰ ਵੀ ਜਾਂਦਾ ਅਕਾਲ ਪੁਰਖ ਵੱਲ ਜਾਂਦਾ, ਅੱਲਾਹ ਤਾਲਾ ਵੱਲ ਜਾਂਦਾ। ਉਹ ਜਿਹੜੇ ਵੀ ਰੂਪ ਵਿੱਚ ਮੈਨੂੰ ਮਿਲੇ ਮੈਂ ਉਹਦੀ ਆਰਾਧਨਾ ਕਰ ਲੈਂਦਾ। ਮੇਰੀ ਕਿਸੇ ਆਰਾਧਨਾ ਦੇ ਵਿੱਚ ਫ਼ਰਕ ਨਹੀਂ। ਇਸ ਕਰਕੇ ਭਾਈ ਨੰਦ ਲਾਲ ਜੀ ਨੇ ਵੀ ਇੱਕ ਸ਼ੇਰ 'ਚ ਕਿਹਾ ਕਿ ਮੈਂ ਤੈਨੂੰ ਇਹ ਨਹੀਂ ਕਹਿੰਦਾ ਗੁਰਦੁਆਰੇ ਮੰਦਰ ਮਸਜਿਦ ਜਾ, ਮੈਂ ਤਾਂ ਤੈਨੂੰ ਐਡੀ ਵੱਡੀ ਸਾਧਨਾ ਦਿੰਦਾ ਕਿ ਤੇਰਾ ਹਰੇਕ ਕਦਮ ਪ੍ਰਭੂ ਦੀ ਤਰਫ ਹੋਵੇ, ਹਰੇਕ ਕਦਮ। ਜਿਵੇਂ ਦੇਖੋ ਭਗਤ ਸਾਹਿਬਾਨਾਂ ਦੇ ਵਾਕ ਨੇ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ, ਨਾਲ ਕਿ ਜਿੰਨੇ ਵੀ ਕਰਮ ਕਰਨੇ ਨੇ ਸਾਰੇ ਉਸ ਨਾਲ ਜੁੜ ਜਾਣ। ਇਸ ਕਰਕੇ ਸੰਤ ਜਨ ਸਾਡੇ ਦਵੈਤ ਦਾ ਨਾਸ਼ ਕਰਦੇ ਹਨ। ਉਹ ਸਾਰਿਆਂ ਦੇ ਅੰਦਰ ਸਾਂਝੀ ਪ੍ਰਤੀਤ ਦ੍ਰਿੜ ਕਰਵਾ ਦਿੰਦੇ ਹਨ। ਇਸ ਕਰਕੇ ਇਸ ਕਬੀਰ ਸੇਵਾ ਕੋ ਦੋਏ ਭਲੇ, ਸੰਤ ਦੀ ਸੇਵਾ ਤਾਂ ਭਲੀ ਹੈ। ਫਿਰ ਸੰਤ ਦੇ ਕੋਲ ਇੱਕ ਜੀਵਨ ਦੀ ਜੁਗਤ ਹੁੰਦੀ ਹੈ ਜਿਹਦੇ ਨਾਲ ਉਹ ਦੋਵਾਂ ਤਰੀਕਿਆਂ ਦੇ ਨਾਲ ਜਗਿਆਸੂ ਸੰਤ ਨੂੰ ਪਤਾ ਲੱਗ ਜੇ ਸਹੀ। ਮੈਂ ਆਪਣੇ ਨੇੜੇ ਜੀਵਨ 'ਚ ਬੜੇ ਪੁਰਖਾਂ ਦਾ ਐਸਾ ਅਭਿਆਸ ਦੇਖਿਆ, ਸੰਤ ਨੂੰ ਇੱਕ ਦਫਾ ਸਪਸ਼ਟ ਹੋ ਜਾਵੇ ਕਿ ਬੰਦਾ ਜਗਿਆਸੂ ਹੈ ਅਤੇ ਭਗਤੀ ਕਰਮ ਵਿੱਚ ਥੋੜ੍ਹਾ ਬਹੁਤਾ ਚੱਲਿਆ ਹੋਇਆ ਹੈ। ਉਹਦੀ ਜਗਿਆਸਾ ਦਾ, ਉਹਦੇ ਭਗਤੀ ਕਰਮ ਦਾ ਸੰਤ ਨੂੰ ਪਤਾ ਲੱਗ ਜਾਏ। ਸੰਤ ਗਿਆਨ ਕਰਕੇ ਵੀ ਅਤੇ ਆਪਣੀ ਮਿਹਰ ਰੂਪ ਹੱਥ ਰੱਖਣ ਦੇ ਨਾਲ ਵੀ ਦੋਵਾਂ ਢੰਗ ਦੇ ਨਾਲ ਉਹਦਾ ਭਲਾ ਕਰ ਦਿੰਦਾ ਹੈ। ਵੈਸੇ ਬੜੇ ਪੁਰਖ ਦੇਖੇ ਨੇ ਜਿਹੜੇ ਅਤ ਮਲੀਨ ਜੀਵਨ ਵਾਲੇ ਸੀ, ਸੰਤ ਦੀ ਇੱਕ ਛੋਹ ਦੇ ਨਾਲ ਜੀਵਨ ਪਲਟ ਗਿਆ। ਭਾਈ ਵੀਰ ਸਿੰਘ ਜੀ ਦੇ ਜੀਵਨ ਦਾ ਆਪ ਦੇ ਸਨਮੁਖ ਰੱਖਦੇ। ਜਦੋਂ ਪ੍ਰੋਫੈਸਰ ਪੂਰਨ ਸਿੰਘ ਜੀ ਜਾਪਾਨ ਦੇ ਵਿੱਚ ਸਾਇੰਸ ਦੀ ਪੜ੍ਹਾਈ ਕਰਨ ਗਏ, ਵਿਗਿਆਨਕ ਬਣ ਕੇ ਆ ਗਏ, ਪਰ ਉੱਥੇ ਸਵਾਮੀ ਰਾਮ ਤੀਰਥ ਦੇ ਸੰਪਰਕ ਵਿੱਚ ਆਉਣ ਕਰਕੇ ਆਪਣੇ ਕੇਸ ਕਤਲ ਕਰਵਾ ਬੈਠੇ। ਉਹਨਾਂ ਦਾ ਪਰਿਵਾਰ ਗੁਰਮੁਖ ਸੀ ਸਾਰਾ। ਉਹਨਾਂ ਨੂੰ ਇਸ ਗੱਲ ਦੀ ਬੜੀ ਚਿੰਤਾ ਹੋਈ। ਅੰਮ੍ਰਿਤਸਰ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ ਅਤੇ ਭਾਈ ਵੀਰ ਸਿੰਘ ਬੜੇ ਉੱਚੇ ਜੀਵਨ ਵਾਲੇ ਮੰਨੇ ਜਾਂਦੇ ਸਨ। ਉਹਨਾਂ ਕਿਹਾ ਵੀ ਹੁਣ ਸਮੱਸਿਆ ਵੱਡੀ ਹੈ, ਸਾਡੇ ਕੋਲ ਤਾਂ ਹੱਲ ਹੋਣੀ ਨਹੀਂ, ਅਤੇ ਇਸ ਤਰ੍ਹਾਂ ਕਰੀਏ ਭਾਈ ਵੀਰ ਸਿੰਘ ਕੋਲ ਲੈ ਜਾਈਏ। ਉੱਥੇ ਇਹਨਾਂ ਵੀ ਜਾਣਾ ਸੀ, ਕੁਦਰਤੀ ਬੋਲਣਾ ਸੀ ਕਿਉਂਕਿ ਵਿਗਿਆਨ ਦੀ ਪੜ੍ਹਾਈ ਕੀਤੀ ਹੋਈ ਸੀ। ਉੱਥੇ ਜਦੋਂ ਬੋਲ ਕੇ ਉਹਨਾਂ ਨੇ ਭਾਈ ਵੀਰ ਸਿੰਘ ਨਾਲ ਆਪਣੀ ਸਮੱਸਿਆ ਸਾਂਝੀ ਕੀਤੀ ਕਿ ਪੂਰਨ ਸਿੰਘ ਨੂੰ ਪ੍ਰੇਰੋ, ਇਹ ਗੁਰੂ ਕੀ ਦਾਤ ਹੀ ਛੱਡ ਬੈਠਾ ਹੈ। ਤਾਂ ਚਲੋ ਚਲਾ ਗਏ। ਜਦੋਂ ਕਾਨਫਰੰਸ ਸਮਾਪਤ ਹੋਈ, ਬਹੁਤ ਉੱਤਮ ਦਰਜੇ ਦਾ ਉਹਨਾਂ ਨੇ ਆਪਣਾ ਵਿਖਿਆਨ ਦਿੱਤਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ। ਤਾਂ ਜਦੋਂ ਉਹ ਦੇ ਕੇ ਸਿਰ 'ਤੇ ਭਾਵੇਂ ਛੋਟੀ ਦਸਤਾਰ ਬੱਧੀ ਹੋਈ ਸੀ, ਕਾਨਫਰੰਸ ਤੋਂ ਬਾਅਦ ਉਹਨਾਂ ਦੇ ਪੈਰਾਂ ਨੂੰ ਹੱਥ ਲਾ ਕੇ ਉਹਨਾਂ ਦਾ ਸਤਿਕਾਰ ਕੀਤਾ। ਉਸ ਵਕਤ ਭਾਈ ਵੀਰ ਸਿੰਘ ਨੇ ਪ੍ਰੋਫੈਸਰ ਪੂਰਨ ਸਿੰਘ ਦੇ ਸਿਰ 'ਤੇ ਹੱਥ ਰੱਖਿਆ ਅਤੇ ਉਹਨਾਂ ਨੇ ਕਿਹਾ ਕਿ ਪ੍ਰੋਫੈਸਰ ਪੂਰਨ ਸਿੰਘ ਦੇ ਸਿਰ 'ਤੇ ਹੱਥ ਲਾ ਕੇ ਇੱਕ ਵਾਕ ਕਿਹਾ ਕਿ ਪੂਰਨ ਸਿੰਘ ਤੇਰੇ ਕੇਸ ਬੜੇ ਕੋਮਲ ਨੇ। ਜਦੋਂ ਇੰਨਾ ਵਾਕ ਕਿਹਾ, ਉਸ ਦਿਨ ਤੋਂ ਉਹਨਾਂ ਨੇ ਪਹਿਲਾਂ ਆਪਣੇ ਕੀਤੇ ਕਰਮ ਦੀ ਖਿਮਾ ਜਾਚਨਾ ਕੀਤੀ, ਫਿਰ ਦੁਬਾਰਾ ਕੇਸ ਰੱਖ ਕੇ ਦੁਬਾਰਾ ਭਾਈ ਸਾਹਿਬ ਦੇ ਆਸ਼ੀਰਵਾਦ ਨੂੰ ਪ੍ਰਾਪਤ ਹੋਏ। ਇਸ ਕਰਕੇ ਮੈਂ ਤਾਂ ਕਿਹਾ ਕਿ ਸੰਤ ਦੋਵਾਂ ਤਰੀਕਿਆਂ ਨਾਲ ਬਖਸ਼ਿਸ਼ ਕਰ ਦਿੰਦਾ ਹੈ। ਅਸੀਂ ਕਿਸੇ ਨੂੰ ਕੋਈ ਪ੍ਰੇਰਣਾ ਕਰਨੀ ਹੋਵੇ, ਘੰਟਾ ਲੈਕਚਰ ਦਈਏ, ਫਿਰ ਜਾ ਕੇ ਉਹਦੀ ਇੱਕ ਅੱਧ ਗੱਲ ਪੱਲੇ ਪੈਂਦੀ ਹੈ। ਜਿਹੜਾ ਸੰਤ ਹੈ ਉਹ ਬੰਦਗੀ ਦੇ ਨਾਲ, ਗਿਆਨ ਦੇ ਨਾਲ, ਅਨੁਭਵ ਦੇ ਨਾਲ ਚਾਰਜਡ ਹੁੰਦਾ ਹੈ ਅਤੇ ਉਹਦੇ ਇੱਕ ਵਾਕ ਦੇ ਵਿੱਚ ਕਈ ਕਰੋੜਾਂ ਬ੍ਰਹਿਮੰਡਾਂ ਦਾ ਤਾਣ ਚੱਲ ਰਿਹਾ ਹੁੰਦਾ। ਇਹ ਵਾਕ ਤਾਂ ਅਸੀਂ ਵੀ ਕਿਸੇ ਨੂੰ ਕਹਿ ਸਕਦੇ ਹਾਂ, ਪਰ ਦੇਖਦਾ ਕਿੰਨਾ ਕੁ ਜੀਵਨ ਬਦਲਦਾ ਹੈ ਉਹਦਾ। ਔਰ ਐਡੇ ਵੱਡੇ ਬੰਦੇ ਜਿਹੜਾ ਵਿਗਿਆਨਕ ਹੈ ਅਤੇ ਵਿਗਿਆਨ ਦੀ ਇਹਨੇ ਸਾਰੀ ਪੜ੍ਹਾਈ ਕੀਤੀ ਹੋਈ ਹੈ, ਤਾਂ ਉਸ ਦਿਨ ਤੋਂ ਬਾਅਦ ਇਸ ਕਰਕੇ ਤਾਂ ਕਿਹਾ ਜਾਂਦਾ ਕਿ ਸੰਤ ਦੀ ਛੋਹ ਜਿਹੜੀ ਹੈ ਇੱਕ ਵਾਰੀ ਮਨੁੱਖ ਧਰਤੀ 'ਤੇ ਨਸੀਬ ਹੋ ਜਾਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਉਹਦੀ ਛੋਹ ਮਾਤਰ ਦੇ ਨਾਲ ਹੀ ਉਹ ਤੇਰਾ ਉਧਾਰ ਕਰ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਇਸ ਕਰਕੇ ਸੰਤ ਜਨਾਂ ਦੀ ਸੇਵ ਦੇ ਨਾਲ ਉਹ ਜਿੰਨਾ ਵੱਡਾ ਮਰਜ਼ੀ ਮਨਮੁਖੀ ਜੀਵਨ ਹੋਵੇ, ਤਾਂ ਕਹਿੰਦੇ ਕੋਈ ਦਫਾ ਬਹੁਤ ਮੈਲਾ ਕੁਚੈਲਾ ਮਾੜੇ ਜੀਵਨ ਵਾਲਾ ਅਪਰਾਧੀ ਇਨਸਾਨ ਸੀ। ਉਹ ਕਿਸੇ ਕਾਰਨ ਰਾਤ ਚੋਰੀ ਕਰਕੇ ਭੱਜਿਆ, ਕਤਲ ਕਰਕੇ ਭੱਜਿਆ। ਰਾਤ ਪਤਾ ਨਹੀਂ ਸੀ ਜਿਸ ਸਰਾਂ ਦੇ ਵਿੱਚ ਥੱਕਿਆ ਟੁੱਟਿਆ ਸੌਂ ਗਿਆ ਕਿ ਸੰਤ ਜਨ ਰਹਿੰਦੇ ਨੇ। ਜਦੋਂ ਸਵੇਰੇ ਉਹ ਸੁੱਤਾ ਸੀ, ਉੱਧਰ ਸੰਤ ਆਪਣੇ ਰੱਬ ਰੱਬ ਕਰਨ ਲੱਗ ਪਏ। ਜਦੋਂ ਉਹਨਾਂ ਦੇ ਮੂੰਹ ਤੋਂ ਰੱਬ ਰੱਬ ਸੁਣਿਆ ਅਤੇ ਉਹਨੂੰ ਆਪਣੇ ਬਚਪਨ ਦੇ ਦਿਨਾਂ ਦੀ ਯਾਦ ਆਈ ਕਿ ਮੈਂ ਵੀ, ਮੇਰੀ ਮਾਤਾ ਮੈਨੂੰ ਧਰਮ ਮੰਦਰ ਲੈ ਜਾਂਦੀ ਸੀ, ਮੈਂ ਵੀ ਝੂਮ ਝੂਮ ਕੇ ਭਜਨ ਗਾਉਂਦਾ ਹੁੰਦਾ ਸੀ ਅਤੇ ਹੁਣ ਇਹੀ ਸੰਤ ਜਨ ਕਰ ਰਹੇ ਨੇ। ਸੰਤਾਂ ਦੀ ਸੰਗਤ ਦੇ ਨਾਲ ਉਹਨੂੰ ਆਪਣੇ ਜੀਵਨ ਦੀ ਪਵਿੱਤਰਤਾ ਯਾਦ ਆਈ। ਜਦੋਂ ਦਿਨ ਚੜ੍ਹਿਆ, ਉੱਠ ਕੇ ਉਹਨਾਂ ਦੇ ਚਰਨੀ ਪੈ ਕੇ ਕਹਿੰਦਾ ਜੀ ਮੈਨੂੰ ਬਖਸ਼ ਲਓ, ਮੈਂ ਬਹੁਤ ਅਪਰਾਧ ਕੀਤੇ ਨੇ, ਬੜਾ ਗਲਤ ਕਰਮ ਕੀਤੇ ਨੇ। ਤਾਂ ਉਹਨੇ ਬੜੀ ਬੇਨਤੀ ਕੀਤੀ। ਫਿਰ ਉਸ ਸੰਤ ਨੇ ਉਹਦੇ ਸਾਹਮਣੇ ਉਹਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ।
ਉਹਦੀ ਸਾਰੀ ਸਿਮਰਤੀ ਸ਼ੁੱਧ ਕਰ ਦਿੱਤੀ। ਸਿਮਰਤੀ ਸ਼ੁੱਧ ਕਰਨ ਨੂੰ ਕੀ ਕਹਿੰਦੇ ਹਨ? ਜਿਵੇਂ ਅਸੀਂ ਗੁਨਾਹ ਕਰਮ ਕਰ ਲੈਂਦੇ ਹਾਂ ਅਤੇ ਮੁੜ ਕੇ ਸਾਨੂੰ ਖਿਆਲ ਰਹਿੰਦਾ ਬਾਰ-ਬਾਰ ਉਹਦਾ ਕਿ ਸਾਡੇ ਕੋਲੋਂ ਹੋ ਗਿਆ। ਜਦੋਂ ਅਸੀਂ ਮੁਕਤ ਹੁੰਦੇ ਉਦੋਂ ਸਾਡੀ ਸਿਮਰਤੀ ਸ਼ੁੱਧ ਹੋ ਜਾਂਦੀ ਹੈ, ਗੁਨਾਹਾਂ ਦੇ ਭਾਵ ਹੀ ਵਿਸਰ ਜਾਂਦੇ ਹਨ। ਤਾਂ ਇਸ ਕਰਕੇ ਜਦੋਂ ਸੰਤ ਜਨਾਂ ਨੇ ਕਰਤਾਰਥ ਕੀਤਾ ਤਾਂ ਫਿਰ ਉਹ ਅਪਰਾਧੀ ਦਾ ਉਧਾਰ ਹੋ ਗਿਆ। ਇਸ ਕਰਕੇ ਗੁਰਬਾਣੀ 'ਚ ਵਾਕ ਮਿਲਦੇ ਨੇ। ਗਨਕਾ ਵਰਗੇ ਜਿਹੜੇ ਵੇਸਵਾ ਬ੍ਰਿਤੀ ਦੇ ਵਿੱਚ ਮਲੀਨ ਹੋ ਚੁੱਕੇ ਸਨ, ਇੱਕ ਰਾਤ ਇੱਕ ਸੰਤ ਦੀ ਸੰਗਤ ਕੀਤੀ ਅਤੇ ਕਹਿਣ ਲੱਗੀ ਮੈਂ ਤੁਹਾਡੀ ਸੇਵਾ ਕੀਤੀ ਹੈ, ਮੈਨੂੰ ਕੁਝ ਦੇ ਕੇ ਜਾਓ ਉਹਦਾ ਫਲ। ਤਾਂ ਉਹ ਕਹਿਣ ਲੱਗਿਆ ਤੋਤਾ ਬੜਾ ਪਿਆਰਾ ਹੈ ਅਤੇ ਰਾਮ ਰਾਮ ਜਪਦਾ ਹੈ, ਨਾਲੇ ਇਹਨੂੰ ਚੂਰੀ ਖਿਲਾ ਦਿਆ ਕਰੀ, ਨਾਲੇ ਰਾਮ ਰਾਮ ਕਵਾ ਦਿਆ ਕਰੀ। ਰੋਜ਼ ਇਸ ਤਰ੍ਹਾਂ ਕਰਮ ਕਰਦੀ ਗਈ। ਹੌਲੀ ਹੌਲੀ ਮਨ ਪਵਿੱਤਰ ਹੁੰਦਾ ਗਿਆ। ਵੇਸਵਾਪੁਣੇ ਦੀ ਮੈਲ ਬਿਲਕੁਲ ਖਤਮ, ਜੀਵਨ 'ਚੋਂ ਖਤਮ ਹੋ ਗਈ। ਇੱਕ ਦਫਾ ਸਵੇਰ ਵੇਲੇ ਉਹਨੂੰ ਚੂਰੀ ਖਿਲਾਉਣ ਲੱਗੀ ਅਤੇ ਚੂਰੀ ਪਾ ਕੇ ਰਾਮ ਰਾਮ ਕਹੇ ਤਾਂ ਉਹ ਅੱਗੋਂ ਬੋਲੇ ਨਾ। ਅਤੇ ਦੇਖਣ ਦੇ ਲਈ ਆਪ ਰਾਮ ਰਾਮ ਪਿੰਜਰਾ ਖੋਲ੍ਹ ਕੇ ਦੇਖਿਆ, ਅੰਦਰ ਉਸ ਤੋਤੇ ਨੂੰ ਸੱਪ ਲੜ ਗਿਆ ਸੀ ਅਤੇ ਉਹੀ ਸੱਪ ਗਨਕਾ ਨੂੰ ਲੜ ਗਿਆ। ਰਾਮ ਰਾਮ ਕਹਿੰਦੇ ਉਹਦੀ ਮੌਤ ਹੋ ਗਈ। ਇਸ ਕਰਕੇ ਗੁਰਬਾਣੀ ਵਿੱਚ ਵਾਕ ਆਉਂਦਾ ਗਨਕਾ ਉਦਰੀ ਹਰ ਕਹਿ ਤੋਤ, ਕਿ ਤੋਤੇ ਦੁਆਰਾ। ਇਸ ਕਰਕੇ ਸੰਤ ਦੀ ਸੰਗਤ ਅਜਾਮਲ ਨੂੰ ਹੋਈ। ਉਹਦਾ ਜੀਵਨ ਬੜਾ ਮਲੀਨ ਸੀ, ਪਰ ਸੰਤਾਂ ਦੇ ਕਹਿਣ 'ਤੇ ਉਹਨੇ ਆਪਣੇ ਲਾਸਟ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ, ਮੁਕਤ ਹੋ ਗਿਆ। ਵਾਲਮੀਕ ਵਰਗੇ ਬਟਵਾੜੇ ਜਿਹੜੇ ਕਿਸ ਤਰ੍ਹਾਂ ਦੇ ਧਰਮ ਦਾ ਕਾਰਜ ਕਰਦੇ ਸੀ, ਸੰਤ ਜਨਾਂ ਦੀ ਸੁਹਬਤ ਹੋਈ, ਉੱਤਮ ਵਿਦਵਾਨ ਮੁਕਤਾ ਬਣ ਗਏ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਇਸ ਕਰਕੇ ਉਹਨਾਂ ਕੋਲ ਅਨੇਕਾਂ ਜੁਗਤੀਆਂ ਹੁੰਦੀਆਂ ਹਨ। ਜੁਗਤੀ ਦਾ ਭਾਵ ਹੈ ਕਿ ਥੋੜ੍ਹੀ ਜਿਹੀ ਗੱਲ ਦੇ ਵਿੱਚ ਵੱਡਾ ਅਨੁਭਵ ਸਮਝਾ ਦੇਣਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਸੰਤ ਜਨ ਫਿਰ ਉਹ ਰਾਮ ਰਮੰਤੀ ਰਾਮ ਦਾ ਅਭਿਆਸ ਕਰਦੇ। ਗੁਰਬਾਣੀ ਵਿੱਚ ਵਾਕ ਆਉਂਦਾ ਹੈ ਸਤਿਗੁਰੂ ਸਾਹਿਬ ਜੀ 8 ਪਹਿਰ ਨਿਕਟ ਕਰ ਜਾਣੈ, ਕਿ ਉਹ ਸਦਾ ਹੀ ਆਪਣੇ ਅੰਗ ਸੰਗ ਉਸ ਪ੍ਰਤੀਤ ਦੇ ਵਿੱਚ ਰਹਿੰਦਾ ਹੈ। ਇਸ ਕਰਕੇ ਮੈਂ ਕਈ ਐਸੇ ਰੰਗੇ ਜੀਵਨ ਵਾਲੇ ਦੇਖੇ, ਉਹਨਾਂ ਦੇ ਜੀਵਨ ਦੇ ਸਾਰੇ ਵਰਤਾਰੇ ਉਹਦੇ ਨਾਲ ਢਰੇ ਹੋਏ, ਸਾਰੇ ਹੀ। ਤਾਂ ਇੱਕ ਦਫਾ ਉਹਨਾਂ ਦੇ ਦਰਬਾਰ 'ਤੇ ਇੱਕ ਦਰਵੇਸ਼ ਬੈਠਾ ਹੋਇਆ ਸੀ। ਦਰਵੇਸ਼ ਦਾ ਭਾਵ ਕੁੱਤਾ, ਉਹਨੂੰ ਦਰ ਆਵੇਸ਼ ਕਹਿੰਦੇ, ਜਿਹੜਾ ਦਰ 'ਤੇ ਬੈਠਾ ਰਹੇ। ਤਾਂ ਉਹ ਉਸ ਦਫਾ ਕਿਸੇ ਦੂਜੇ ਨੂੰ ਪ੍ਰੇਰਨਾ ਕਰਕੇ ਕਹਿਣ ਲੱਗੇ, ਕਹਿੰਦੇ ਉਂਝ ਅਸੀਂ ਬੰਦੇ ਹਾਂ, ਵੇਖ ਲਓ ਆਪਣੇ ਆਪ ਨੂੰ ਕਿੰਨੇ ਸਿਆਣੇ ਸਮਝਦੇ ਹਾਂ, ਕਿੰਨਾ ਆਪਣੀ ਅਕਲ ਦਾ ਦਾਅਵਾ ਕਰਦੇ ਹਾਂ, ਪਰ ਕਹਿੰਦੇ ਸਾਡੇ ਨਾਲੋਂ ਤਾਂ ਉੱਤਮ ਜਿਹੜਾ ਕੂਕਰ ਹੈ ਇਹ ਭਗਤ ਹੈ। ਕਹਿੰਦਾ ਦਰ ਨਹੀਂ ਛੱਡ ਰਿਹਾ। ਅਤੇ ਗੁਰੂ ਸਾਹਿਬ ਜੀ ਨੇ ਬਾਣੀ 'ਚ ਇਹਦਾ ਪ੍ਰਮਾਣ ਦੇ ਕੇ ਸਾਨੂੰ ਭਗਤੀ ਦਾ ਕਰਮ ਸਮਝਾਇਆ ਹੈ। ਇਸ ਕਰਕੇ ਜੇ ਭਗਤੀ ਕਰਨੀ ਇਵੇਂ ਦੀ ਕਰੋ, ਉਹਦੇ ਤੋਂ ਪ੍ਰੇਰਨਾ ਸਮਝ ਆਉਂਦੀ ਹੈ। ਕੋਈ ਸਾਰਾ ਦਿਨ ਬੈਠਾ ਰਹਿੰਦਾ ਹੈ ਅਤੇ ਅਸੀਂ ਗੁਰੂਦੁਆਰ ਆਈਏ ਵੀ ਅਤੇ ਪਹਿਲਾਂ ਵੀ ਸਮੇਂ ਦੀ ਸੀਮਾ 'ਚ ਤਾਰ ਕੇ ਜਾਣਾ ਹੈ, ਤਾਂ ਵੀ ਸਮੇਂ ਦੀ ਸੀਮਾ 'ਚ ਤਾਰ ਕੇ ਘੱਟੋ ਉਂਝ ਅਸੀਂ ਉੱਚੇ ਹਾਂ, ਪਰ ਇੱਕ ਕੂਕਰ ਦੇ ਸਨਮੁਖ ਰੱਖ ਕੇ ਆਪਣੀ ਭਗਤੀ ਨੂੰ ਵਾਚ ਲਈਏ ਅਤੇ ਅਸੀਂ ਉਹਦੇ ਤੋਂ ਕਈ ਗੁਣਾ ਛੋਟੇ ਹੋਵਾਂਗੇ। ਇਸ ਕਰਕੇ ਸਾਨੂੰ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ। ਇਹਨਾਂ ਦੋਵਾਂ ਦੀ ਰਮੰਤੀ ਰਾਮ ਦੀ ਸੇਵਾ ਸੰਤ ਦੁਆਰਾ ਹੋ ਸਕਦੀ, ਅਤੇ ਸੰਤ ਹੀ ਤੁਹਾਨੂੰ ਸੇਵਾ ਦਾ ਵੱਡਾ ਪ੍ਰਯੋਜਨ ਸਮਝਾ ਸਕਦਾ। ਨਹੀਂ ਅਤੇ ਬੰਦੇ ਦੀ ਛੋਟਿਆਂ ਦੀ ਸੇਵਾ। ਇੱਕ ਦਫਾ ਜਦ ਮੈਂ ਆਪਣੇ ਨਿੱਜ ਅਨੁਭਵ ਦੇ ਵਿੱਚ ਕਿ ਆਪਣੀ ਇਸ ਸਾਰੀ ਗੁਰੂ ਕਿਰਪਾ ਨਾਲ ਗਿਆਨ ਦੀ ਪ੍ਰਤਿਭਾ ਨੂੰ ਕਮਾ ਲਿਆ, ਤਾਂ ਨਿਸ਼ਕਿਰਿਆ ਹੋਣ ਦੀ ਗੱਲ ਸੀ ਕਿ ਨਹੀਂ ਇਸ ਯਤਨ ਵਿੱਚ ਨਹੀਂ ਆਉਣਾ। ਤਾਂ ਉਹ ਕਹਿਣ ਲੱਗੇ ਜੀ ਇਹ ਉੱਤਮ ਸੇਵਾ ਹੈ ਕਿ ਜੇ ਇਸ ਸੇਵਾ ਵਿੱਚ ਲੱਗੇਗਾ ਤਾਂ ਭਾਵੇਂ ਤੇਰੀ ਆਪਣੀ ਬੰਦਗੀ ਛੋਟੀ ਰਹੇ, ਪਰ ਦੂਜਿਆਂ ਦੀ ਬੰਦਗੀ ਦੀ ਅਸੀਸ ਦੇ ਨਾਲ ਤੇਰਾ ਵੀ ਕਲਿਆਣ ਹੋ ਜਾਵੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ। ਇਹ ਦੋ ਭਲੇ ਹਨ। ਇਹਨਾਂ ਦੀ ਸੇਵਾ ਦੇ ਨਾਲ ਜਿਹੜਾ ਤੁਹਾਨੂੰ ਕਰਮ ਸਿਖਾਉਣਗੇ ਉਹਦੀ ਮੈਲ ਵੀ ਨਾਲ ਨਾਲ ਕੱਟਦੇ ਜਾਣਗੇ। ਇਸ ਕਰਕੇ ਕਿਸੇ ਆਪਣੇ ਅਧਿਆਤਮਕ ਨਿਗਰਾਨ ਦੀ ਗਵਾਹੀ ਵਿੱਚ ਜ਼ਰੂਰ ਸਾਧਨਾ ਕਰਨੀ ਚਾਹੀਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਜਿਹੜਾ ਮੁਕਤ ਸਰੂਪ ਹੋ ਕੇ ਰਾਮ ਸਰੂਪ ਵਿੱਚ ਅਭੇਦ ਹੋਣਾ ਹੈ, ਉਹਦੀ ਸੋਝੀ ਸੰਤ ਕਰਾਉਂਦਾ। ਇਸ ਕਰਕੇ ਮਨਸੂਰ ਨੂੰ ਜਦੋਂ ਕਿਹਾ ਸੀ ਨਾ ਕਿ ਜਿਹੜੀ ਤਿਆਗ ਦੀ ਹੱਦ ਕਿੱਥੇ ਹੈ, ਉਹਨੇ ਕਿਹਾ ਅੱਖਾਂ ਮੀਟ। ਅੱਖਾਂ ਮੀਟੀਆਂ ਅਤੇ ਉਹਨੂੰ ਐਂ ਲੱਗਾ ਕਿ ਮਨਸੂਰ ਸਾਹਮਣੇ ਮਰਿਆ ਪਿਆ ਹੈ। ਉਹਨੂੰ ਫਿਰ ਆਵਾਜ਼ ਆਈ ਕਿ ਅੱਖਾਂ ਖੋਲ੍ਹ। ਅੱਖਾਂ ਖੋਲ੍ਹੀਆਂ ਅਤੇ ਮਨਸੂਰ ਸਾਹਮਣੇ ਜਿੰਦਾ ਪਿਆ। ਉਹ ਕਹਿਣ ਲੱਗਾ ਇਸ ਗੱਲ ਦਾ ਕੀ ਭੇਦ ਹੈ? ਕਹਿੰਦਾ ਇਸ ਗੱਲ ਦਾ ਭੇਦ ਹੈ ਕਿ ਸੰਤ ਦਾ ਤਿਆਗ ਇੱਥੋਂ ਤੱਕ ਚਲਿਆ ਜਾਂਦਾ ਹੈ ਕਿ ਉਸ ਜਿਉਂਦੇ ਜੀ ਸਰੀਰ ਦਾ ਵੀ ਤਿਆਗ ਕਰ ਦਿੰਦਾ ਹੈ। ਇਸ ਕਰਕੇ ਫਿਰ ਉਹਨੇ ਕਿਹਾ ਪ੍ਰੇਮ ਦੀ ਹੱਦ ਕਿੱਥੇ ਹੈ? ਅਤੇ ਮਨਸੂਰ ਨੇ ਕਿਹਾ ਇਹਦਾ ਪ੍ਰਮਾਣ ਤੈਨੂੰ ਮੈਂ ਕੱਲ੍ਹ ਸੂਲੀ 'ਤੇ ਦਿਆਂਗਾ। ਉਹਦੇ ਹੱਥ ਵੱਢ ਦਿੱਤੇ ਗਏ, ਪੈਰ ਵੱਢ ਦਿੱਤੇ ਗਏ, ਸਾਰਾ ਕੁਝ ਕਰ ਦਿੱਤਾ ਗਿਆ। ਅਤੇ ਉਹਨੂੰ ਕਿਹਾ ਸੀ ਕਿ ਜਦੋਂ ਮੇਰੇ ਸਾਰੇ ਅੰਗ ਵੱਢ ਦਿੱਤੇ ਜਾਣਗੇ ਉਹਨਾਂ ਦੇ ਵਿੱਚੋਂ ਆਵਾਜ਼ ਸੁਣੀ
ਤਾਂ ਉਹਦੇ ਵਿੱਚੋਂ ਆਵਾਜ਼ ਅਨਲ ਹੱਕ ਦੀ ਆਉਂਦੀ ਸੀ ਕਿ ਭਾਵ ਉਹਦੇ ਅੰਗ ਅੰਗ ਤੋਂ ਬੋਲ ਕੇ ਉਹਨੇ ਪ੍ਰਮਾਣ ਦਿੱਤਾ ਕਿ ਮੇਰੀ ਏਡੀ ਵੱਡੀ ਪ੍ਰੀਤ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਜੋ ਦਾਤਾ ਮੁਕਤ ਕੋ, ਜਿਹੜੀ ਮੁਕਤੀ ਦੀ ਦਾਤ ਹੈ ਉਹ ਰਾਮ ਸਰੂਪ ਅਕਾਲ ਪੁਰਖ ਪਰਮੇਸ਼ਰ ਕੋਲੋਂ ਮਿਲਣੀ ਹੈ, ਪਰ ਉਹਦਾ ਸਾਰਾ ਭੇਦ ਜਿਹੜਾ ਹੈ ਉਹ ਸੰਤਾਂ ਦੇ ਕੋਲ ਪਿਆ ਹੋਇਆ। ਇਸ ਕਰਕੇ ਗੁਰਬਾਣੀ 'ਚ ਇੱਕ ਵਾਕ ਆਉਂਦਾ, ਸੰਤਨ ਹੱਥ ਰਾਖੀ ਕੁੰਜੀ। ਉਹਦਾ ਭਾਵ ਕੀ ਹੈ? ਉਹਦਾ ਭਾਵ ਇਹੀ ਹੈ ਕਿ ਜਿੱਥੇ ਜਾ ਕੇ ਗਿਆਨ ਦੇ, ਇਸ ਕਰਕੇ ਕਦੇ ਆਪ ਜੀ, ਚਲੋ ਸਾਡਾ ਤਾਂ ਅਧਿਐਨ ਬੜਾ ਸੀਮਤ ਜਿਹਾ ਹੈ, ਦੁਨੀਆ ਦੇ ਜਿਹੜੇ ਬੜੇ ਬੜੇ ਵੱਡੇ ਵਿਦਵਾਨ ਜਿਨ੍ਹਾਂ ਦੀ ਅਸੀਂ ਅਕਸਰ ਚਰਚਾ ਸੁਣਦੇ ਨਾ, ਇਹਨਾਂ ਦੇ ਜੀਵਨ ਦੀਆਂ ਬੜੀਆਂ ਬੜੀਆਂ ਵੱਡੀਆਂ ਟੈਨਸ਼ਨਾਂ ਸਨ। ਅਤੇ ਫਿਰ ਉਸ ਤੋਂ ਬਾਅਦ ਜਿਵੇਂ ਮੌਲਾਨਾ ਰੂਮ ਸਨ, ਇਸਲਾਮ ਦੇ ਬੜੇ ਵੱਡੇ ਵਿਦਵਾਨ ਸਨ, ਉਹਨਾਂ ਦੀ ਜਿਹੜੀ ਰਚਨਾ ਹੈ ਉਹ ਇਸ ਤਰ੍ਹਾਂ, ਅਤੇ ਉਹ ਬਹੁਤ ਵੱਡੇ ਵਿਦਵਾਨ ਸਨ, ਪਰ ਉਹਨਾਂ ਦੀ ਕੋਈ ਟੈਨਸ਼ਨ ਸੀ ਜਿਹੜੀ, ਉਹਨੂੰ ਕਿੰਨੇ ਹੱਲ ਕੀਤਾ? ਇੱਕ ਸੂਫੀ ਦਰਵੇਸ਼ ਸ਼ਮਸ ਤਬਰੇਜ਼ ਨੇ। ਸ਼ਮਸ ਤਬਰੇਜ਼ ਆਮ ਗਲੀਆਂ ਦੇ ਵਿੱਚ ਫਿਰਨ ਵਾਲਾ ਇੱਕ ਸੂਫੀ ਦਰਵੇਸ਼ ਸੀ, ਅਤੇ ਆਪਣੇ ਸਾਰੇ ਨੂੰ ਉਹਨਾਂ ਨੇ, ਦੇਖੋ ਐਡੇ ਵੱਡੇ ਵਿਦਵਾਨ ਨੇ, ਇੱਕ ਆਮ ਸਧਾਰਨ ਕਹੇ ਜਾਣ ਵਾਲੇ ਜੀਵਨ ਨੂੰ ਆਪਣਾ ਜਿਹੜਾ ਸੀ ਮੁਰਸ਼ਦ ਧਾਰਨ ਕੀਤਾ। ਇਸੇ ਤਰ੍ਹਾਂ ਮਤਲਬ ਜੀਵਨ ਦੇ ਵਿੱਚ ਸਾਡੀ, ਕਿਉਂਕਿ ਸਾਡੀ ਅਧਿਆਤਮਿਕ ਤਲਾਸ਼ ਨਹੀਂ ਹੈ। ਮੈਂ ਹੁਣ ਅੱਜ ਦੇ ਸਮੇਂ 'ਚ ਮੈਂ ਕਈ ਵਾਰੀ ਦੇਖਦਾ, ਅੱਜ ਪੰਜਾਬ ਦੇ ਬੱਚਿਆਂ ਨੇ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨੀ ਹੋਵੇ ਤਾਂ ਜਦੋਂ ਹੀ ਖਿਆਲ ਆਉਂਦਾ ਉਹਨੂੰ ਦੋ ਹੀ ਨਗਰ ਕਹੇ ਜਾਂਦੇ ਨੇ, ਜਾਂ ਤਾਂ ਚੰਡੀਗੜ੍ਹ ਚੱਲ ਜਾ ਜਾਂ ਦਿੱਲੀ ਚੱਲ ਜਾ। ਪੰਜਾਬ 'ਚ ਇਹਦਾ ਕੋਈ ਅਭਿਆਸ ਨਹੀਂ ਹੈਗਾ। ਪੰਜਾਬ ਦੇ ਕਿਸੇ ਸੈਂਟਰ ਵਿੱਚ ਤੂੰ 10 ਸਾਲ ਵੀ ਲਾ ਲਏਂਗਾ, ਤੇਰੇ ਕੋਲ ਕੋਈ ਕੰਪੀਟੀਟਿਵ ਐਗਜ਼ਾਮ ਨਹੀਂ ਦਿੱਤਾ ਜਾਣਾ, ਦੇ ਲਏਂਗਾ, ਸਫਲ ਨਹੀਂ ਹੋ ਸਕੇਗਾ। ਇਸ ਕਰਕੇ ਜਿਹੜੀ ਸਾਡੀ ਅਧਿਆਤਮਿਕ ਸਾਧਨਾ ਹੈ ਉਹਦੇ ਲਈ ਜਿੰਨਾ ਕੁਝ ਜ਼ਰੂਰੀ ਹੈ ਉਹ ਸਾਰਾ ਹੀ ਕਰਨਾ ਪਏਗਾ ਸਾਨੂੰ। ਉਹਦੇ ਵਿੱਚ ਕਥਾ ਸੁਣਨੀ, ਸੇਵਾ ਕਰਨੀ, ਖੁਦ ਦਾ ਗੁਰਬਾਣੀ ਚਿੰਤਨ ਕਰਨਾ, ਕਿਸੇ ਉੱਤਮ ਪੁਰਖਾਂ ਦੀ ਸੰਗਤ ਦੀ ਭਾਲ ਵਿੱਚ ਰਹਿਣਾ, ਇਹ ਸਾਰਾ ਕੁਝ ਇਕੱਠਾ ਹੀ ਕਰਨਾ ਪਏਗਾ, ਅਤੇ ਫਿਰ ਬੰਦੇ ਨੂੰ ਜੀਵਨ ਦੇ ਮਹਾ ਮਕਸਦ ਦੀ ਸਮਝ ਆਏਗੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਇਸ ਕਰਕੇ ਸੰਤ ਸਾਨੂੰ ਮੁਕਤ ਸਰੂਪ ਦਾ ਅਭਿਆਸ ਕਰਵਾ ਦਿੰਦੇ ਹਨ। ਰਾਏ ਬੁਲਾਰ ਜੀ ਨੇ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਮੇਰੀ ਨਾ ਮਮਤਾ ਦਾ ਭਰਮ ਨਹੀਂ ਟੁੱਟਦਾ। ਤਾਂ ਅੰਤਮ ਸਮੇਂ ਉਹਦੀ ਜੀਵਨ ਦੀ ਅਵਸਥਾ ਬੜੀ ਬਿਰਧ ਹੋ ਗਈ ਸੀ। ਉਹਨੇ ਸਪੈਸ਼ਲ ਤੌਰ 'ਤੇ ਭਾਈ ਮਰਦਾਨਾ ਜੀ ਨੂੰ ਕਹਿ ਕੇ ਤਲਵੰਡੀ ਬੁਲਾਇਆ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਕਿਉਂਕਿ ਬਹੁਤ ਘੱਟ ਆਉਂਦੇ ਸਨ ਗੁਰੂ ਸਾਹਿਬ। ਆ ਕੇ ਕਹਿਣ ਲੱਗਾ, ਗੁਰੂ ਸਾਹਿਬ ਜੀ ਮੈਂ ਤੁਹਾਡੀਆਂ ਬੜੀਆਂ ਬਖਸ਼ਾਂ ਮਾਣੀਆਂ ਨੇ, ਬਸ ਮੇਰਾ ਨਾ ਮਮਤਾ ਦਾ ਭਰਮ ਨਹੀਂ ਟੁੱਟ ਰਿਹਾ। ਮਮਤਾ ਦੇ ਭਰਮ ਦਾ ਮਤਲਬ ਕਿ ਅਜੇ ਤੱਕ ਪਦਾਰਥਾਂ ਦਾ ਮੋਹ, ਸੰਬੰਧੀਆਂ ਦਾ ਮੋਹ, ਸਰੀਰ ਦਾ ਮੋਹ, ਇਹ ਸਾਰਾ ਕੁਝ ਮੈਨੂੰ ਸਤਾਉਂਦਾ ਹੈ, ਅਤੇ ਕਿਰਪਾ ਕਰਕੇ ਮੇਰੇ 'ਤੇ ਤਰਸ ਕਰੋ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਅਤੇ ਉਹਨੂੰ ਪਹਿਲਾ ਵਾਕ ਕਿਹਾ ਕਿ ਆਪਣੇ ਆਰੰਭ ਸਰੂਪ ਨੂੰ ਯਾਦ ਕਰ, ਤੂੰ ਕੌਣ ਹੈ? ਤਾਂ ਉਹਨੇ ਕਿਹਾ ਜੀ ਮੈਂ ਪ੍ਰਭੂ ਦੀ ਜੋਤ ਹਾਂ। ਤਾਂ ਕਹਿੰਦੇ ਫਿਰ ਸਰੀਰ ਕੀ ਹੋਇਆ? ਕਹਿੰਦੇ ਸਰੀਰ ਪਹਿਨਿਆ ਹੋਇਆ ਚੋਲਾ। ਅਤੇ ਫਿਰ ਕਹਿੰਦੇ ਮੋਹ ਕੀ ਹੋਇਆ? ਅਤੇ ਸਰੀਰ ਦਾ ਸੰਸਾਰ ਦੇ ਨਾਲ ਵਾਸਤਾ ਪੈਣਾ, ਇਹ ਮੋਹ ਹੋਇਆ। ਕਹਿੰਦੇ ਫਿਰ ਮੋਹ ਕੀ ਹੋਇਆ? ਮੋਹ ਮਾਇਆ ਦਾ ਪ੍ਰਪੰਚ ਹੋਇਆ। ਕਹਿੰਦਾ ਅਤੇ ਕਹਿੰਦੇ ਪ੍ਰਪੰਚ ਤੋਂ ਛੁਟਾਉਂਦਾ ਕੌਣ ਹੈ? ਕਹਿੰਦਾ ਗੁਰੂ ਦਾ ਸ਼ਬਦ। ਅਤੇ ਕਹਿੰਦੇ ਗੁਰੂ ਸ਼ਬਦ ਨਾਲ ਜੁੜ ਕੇ ਆਪਣੇ ਆਤਮ ਸਰੂਪ ਨੂੰ ਬੰਦਾ ਜਦੋਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਹਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ, ਨਾਲ ਪ੍ਰਸ਼ਨ ਉੱਤਰ ਕੀਤੇ, ਤਾਂ ਉਹਨੂੰ ਫਿਰ ਇੱਕ ਅਭਿਆਸ, ਇੱਕ ਮਹਾਂ ਅਵਸਥਾ ਦਾ ਅਨੁਭਵ ਹੋਇਆ। ਅਤੇ ਫਿਰ ਉਹਨੇ ਕਿਹਾ ਕਿ ਗੁਰੂ ਸਾਹਿਬ ਜੀ ਤੁਹਾਡੀ ਕਿਰਪਾ ਦੇ ਨਾਲ ਮੇਰੀ ਮਮਤਾ ਦਾ, ਅਹੰਤਾ ਦਾ ਭਰਮ ਟੁੱਟ ਗਿਆ ਹੈ। ਇਸ ਕਰਕੇ ਰਾਮ ਜੋ ਦਾਤਾ ਮੁਕਤ ਕੋ। ਇਸ ਕਰਕੇ ਗੁਰੂ ਦੇ ਵਿੱਚ ਵੀ ਸਾਰੀ ਕੰਪਲੀਟਨੈਸ ਦੇਖਣੀ ਚਾਹੀਦੀ ਹੈ। ਗੁਰੂ ਨੇ ਸਾਨੂੰ ਸਾਰੇ ਰੂਪ ਦਿਖਾਏ ਹਨ, ਸਾਧ ਰੂਪ ਵੀ ਦਿਖਾਇਆ ਹੈ, ਸਿੱਖ ਰੂਪ ਵੀ ਦਿਖਾਇਆ ਹੈ, ਸੰਤ ਰੂਪ ਵੀ ਦਿਖਾਇਆ ਹੈ, ਕਿ ਆਪ ਹੀ ਉਸ ਮਾਰਗ ਦੀ ਪ੍ਰੇਰਣਾ ਕਰਕੇ ਉੱਥੇ ਲਿਆਂਦਾ। ਜਦੋਂ ਉਹਨੂੰ ਆਪ ਸਿਖਰ ਅਵਸਥਾ ਚਾਹੀਦੀ ਸੀ, ਉਦੋਂ ਆਪ ਹੀ ਉਹਦੀ ਰਹਿਨੁਮਾ ਹੋ ਕੇ ਉਹਦੇ ਸਾਹਮਣੇ ਪ੍ਰਗਟੇ। ਇਸ ਕਰਕੇ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਤ ਜਪਾਵੈ ਨਾਮ, ਜਿਹੜਾ ਮੁਕਤੀ ਦਾ ਭੇਦ ਹੈ, ਮੁਕਤ ਸਰੂਪ। ਇਸ ਕਰਕੇ ਜਿਹੜਾ ਸਾਧ ਸੰਗਤ ਹੈ, ਇਹ ਵੀ ਇੱਕ ਤਰ੍ਹਾਂ ਨਾਲ ਸੰਤਤਾਈ ਦੇ ਕਰਮ ਕਮਾਉਣ ਦਾ ਇੱਕ ਸਥਾਨ ਹੈ, ਕਿ ਜੇ ਅਸੀਂ ਇੱਥੇ ਆਪਣੀ ਇਕਾਗਰਤਾ, ਆਪਣੀ ਬੁੱਧ ਸਭ ਨੂੰ ਸ਼ਾਮਲ ਕਰਕੇ ਗਿਆਨ ਦੇ ਅਭਿਆਸ ਨੂੰ ਗੁਰੂ ਕਿਰਪਾ ਨਾਲ ਕਮਾਉਂਦੇ ਹਾਂ, ਤਾਂ ਸਾਡੇ ਜੀਵਨ ਦਾ ਉਧਾਰ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਨਿਵਾਜਿਸ਼ ਕਰਕੇ ਕਰਤਾਰਥ ਕਰਦੇ ਹਨ। ਕਿਰਪਾ ਕਰਨ ਉੱਤਮ ਭਾਵ ਸਾਡੇ ਸਾਰਿਆਂ ਦੇ ਬੁੱਧ ਅੰਦਰ ਵਸ ਜਾਣ ਜੀ। ਜਿੱਥੇ ਆਪ ਜੀ ਗੁਰਬਾਣੀ ਦੀ ਲੜੀਵਾਰ ਵਿਚਾਰ ਦਾ ਲਾਹਾ ਪ੍ਰਾਪਤ ਕਰ ਰਹੇ ਹੋ, ਸਾਡੇ ਜੀਵਨ ਦਾ ਸੁਭਾਗ ਹੈ, ਮਹਾਂ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਕਿ ਅੱਜ ਦੇ ਦਿਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਬਚਲ ਨਗਰ ਨਾਂਦੇੜ ਦੀ ਧਰਤੀ 'ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੀ ਬਖਸ਼ਿਸ਼ ਕਰਕੇ ਅਤੇ ਸਾਨੂੰ ਸਭ ਨੂੰ
ਗੁਰ ਸ਼ਬਦ ਦੇ ਨਾਲ ਜੋੜ ਕੇ, ਆਪਣੇ ਪਰਮ ਸਰੂਪ ਦੀ ਆਰਾਧਨਾ ਦੇ ਨਾਲ ਜੋੜ ਕੇ ਸਾਡੇ ਜੀਵਨ 'ਤੇ ਮਹਾਂ ਬਖਸ਼ਿਸ਼ ਕੀਤੀ ਸੀ। ਐਸੇ ਦੀਨ ਦਇਆਲ ਸਤਿਗੁਰੂ ਸਾਹਿਬ ਜੀ ਦੀ ਮਹਾਂ ਕਿਰਪਾਲਤਾ, ਦਇਆਲਤਾ ਨੂੰ ਅਸੀਂ ਯਾਦ ਕਰ ਰਹੇ ਹਾਂ। ਭਾਈ ਨੰਦ ਲਾਲ ਜੀ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਵੀ ਸਤਿਗੁਰੂ ਸਾਹਿਬ ਜੀ, ਇਸ ਤੋਂ ਬਾਅਦ ਤੁਹਾਡੇ ਦੀਦਾਰ ਕਿਵੇਂ ਹੋਣਗੇ? ਤਾਂ ਗੁਰੂ ਸਾਹਿਬ ਜੀ ਨੇ ਕਿਹਾ, ਤੀਨ ਰੂਪ ਹੈ ਮੋਹੇ ਕੇ ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੋਂ ਤੋਏ ਸਮਝਾਏ। ਕਿ ਇਸ ਕਰਕੇ ਜਿਹੜਾ ਗੁਰ ਸ਼ਬਦ ਰੂਪ ਹੈ, ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੂੰਹ ਭੇਦ ਨਹੀਂ ਕਛ ਮਾਨ। ਇਸ ਕਰਕੇ ਅੱਜ ਦੇ ਦਿਨ ਸਾਨੂੰ ਮਹਾਂ ਬਖਸ਼ਿਸ਼ ਹੋਈ ਸੀ। ਉਸ ਬਖਸ਼ਿਸ਼ ਦੇ ਨਾਲ ਅਸੀਂ ਗੁਰੂ ਸ਼ਬਦ ਦੇ ਨਾਲ ਜੁੜ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਦਾ ਮੁਕਤੀ ਰੂਪ ਕਲਿਆਣ ਗੁਰੂ ਸੰਗਤ ਵਿੱਚੋਂ ਲੱਭਣਾ ਹੈ। ਪਰ ਸਾਡੀ ਤਰਾਸਦੀ ਹੈ ਦੇਖ ਕੇ ਕਈ ਵਾਰੀ ਮਨ ਅੰਦਰ ਭਾਵ ਆਉਂਦੇ ਨੇ ਕਿ ਸਾਡੇ ਘਰ 'ਚ ਬੱਚੇ ਦਾ ਜਨਮ ਹੋਵੇ ਨਾ, ਤਾਂ ਸਾਰੇ ਪਰਿਵਾਰ ਨੇ ਉੱਧੜ ਧੁੰਮੀ ਮਚਾਈ ਹੁੰਦੀ ਹੈ। ਅਤੇ ਗੁਰੂ ਸਾਹਿਬ ਦੀ ਐਡੀ ਵੱਡੀ ਬਖਸ਼ਿਸ਼ ਧਰਤੀ 'ਤੇ ਹੋਈ, ਕਿਸੇ ਨੂੰ ਚੇਤਾ ਵੀ ਨਹੀਂ ਹੈ। ਇਹਦਾ ਭਾਵ ਹੈ ਕਿ ਅਸੀਂ ਸਿੱਖੀ ਵਿਰਾਸਤ ਦੇ ਸਹੀ ਵਾਰਸ ਨਹੀਂ ਹਾਂ, ਨਾਮ ਧਰੀਕ ਵਾਰਸ ਹਾਂ। ਨਾ ਕੋਈ ਭਾਵਨਾ, ਨਾ ਉਸ ਪੁਰਬ ਨੂੰ ਕਮਾਉਣ ਦਾ ਕਰਮ, ਨਾ ਓਡੀ ਯਤਨ, ਨਾ ਓਡਾ ਵੱਡਾ ਸਾਡੇ ਕੋਲੋਂ ਕੋਈ ਖਿਆਲ। ਇਸ ਕਰਕੇ ਸਾਨੂੰ ਅੱਜ ਆਪਣੀ ਇਸ ਤਲ 'ਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸ ਰੂਪ ਵਿੱਚ ਸਿੱਖ ਹਾਂ, ਨਾਮ ਧਰੀਕ ਹਾਂ ਜਾਂ ਸ਼ਬਦ ਦੀ ਵਿਰਾਸਤ ਨੂੰ ਪਾਲਣ ਵਾਲੇ ਹਾਂ। ਜੇ ਅਸੀਂ ਸ਼ਬਦ ਦੀ ਵਿਰਾਸਤ ਨੂੰ ਪਾਲਣ ਵਾਲੇ ਹੋਈਏ ਅਤੇ ਸਾਡੇ ਜੀਵਨ ਦੀ ਤਰਜ ਦੱਸ ਦੇਵੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਰੂਪ ਵਿਰਾਸਤ ਨੂੰ ਕਿੰਨਾ ਅੱਗੇ ਲਿਜਾ ਰਹੇ ਹਾਂ। ਸਾਡੇ ਬੱਚਿਆਂ ਦੇ ਮਾਰਕੇ ਇੰਜੀਨੀਅਰਿੰਗ, ਡਾਕਟਰੀ, ਟੈਕਨੋਲੋਜੀ ਦੇ ਵਿੱਚ ਹਨ, ਪਰ ਸ਼ਬਦ ਦੇ ਅਨੁਭਵ ਨੂੰ ਧਰਤੀ 'ਤੇ ਲਿਜਾ ਕੇ ਉਹਦੀ ਸੇਵਾ ਕਰਨ ਦਾ ਮਕਸਦ ਕਿਸੇ ਬੱਚੇ ਕੋਲ, ਤੇ ਅਸੀਂ ਦਿੰਦੇ ਵੀ ਨਹੀਂ। ਜੇ ਬੱਚੇ ਦੇ ਅੰਦਰ ਕੁਦਰਤੀ ਕੋਈ ਖਿਆਲ ਆ ਜਾਏ ਨਾ ਕਿ ਧਰਮ ਦੇ ਅਨੁਭਵ ਨਾਲ ਦਾਰਸ਼ਨਿਕ ਪੜ੍ਹਾਈ ਕਰਕੇ ਕੋਈ ਧਰਤੀ ਦੀ ਸੇਵਾ ਕਰਾਂ, ਅਸੀਂ ਕਹਿੰਦੇ ਛੱਡ, ਇਹਦੇ ਵਿੱਚ ਪੈਸਾ ਨਹੀਂ ਹੈਗਾ। ਪੈਸਾ ਟੈਕਨੋਲੋਜੀ, ਡਾਕਟਰੀ, ਸਾਇੰਸ ਵਿੱਚ ਹੈ। ਇਸ ਕਰਕੇ ਜੇ ਅਸੀਂ ਸਾਰੇ ਰੂਪਾਂ ਦੇ ਨਾਲ, ਇੱਕ ਰੂਪ ਦੀ ਗੱਲ ਨਹੀਂ ਕਰ ਰਿਹਾ, ਸਾਰੇ ਰੂਪਾਂ ਨਾਲ ਸ਼ਬਦ ਦੀ ਸੇਵਾ ਕਰਾਂਗੇ ਤਾਂ ਅਸੀਂ ਧਰਤੀ ਦਾ ਸੱਚ ਰੂਪ ਦੇ ਵਿੱਚ ਕਲਿਆਣ ਕਰਕੇ ਅਤੇ ਆਪਣੇ ਗੁਰੂ ਚਰਨਾਂ ਵਿੱਚ ਪ੍ਰਵਾਨ ਚੜ੍ਹ ਸਕਾਂ। ਸਤਿਗੁਰੂ ਕਿਰਪਾ ਕਰਨ, ਸ਼ਬਦ ਦਾ ਪ੍ਰਕਾਸ਼ ਹਰ ਹਿਰਦੇ ਅੰਦਰ, ਹਰ ਘਰ ਦੇ ਅੰਦਰ, ਹਰ ਮਨ ਦੇ ਅੰਦਰ ਹੋਵੇ ਅਤੇ ਸਾਰੇ ਗੁਰੂ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਦੇ ਪਰਮ ਦਰਸ਼ਨ ਨੂੰ ਪ੍ਰਾਪਤ ਹੋਈਏ ਜੀ। ਆਪ ਸਭ ਸੰਗਤਾਂ ਨੂੰ ਗੁਰਿਆਈ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।